ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਧ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਭੈਰਵ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੁਝ ਤੇ ਬਾਹਰ ਕਿਛੂ ਨਾ ਹੋਇ। ਤੂੰ ਕਰ ਕਰ ਦੇਖੈ ਜਾਣੈ ਸੋਇ। ਤੁਝ ਤੇ ਬਾਹਰ ਕਿਛੂ ਨਾ ਹੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਹਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਭੈਰਵ। ਇੱਥੇ ਭੈਰੋ ਰਾਗ ਦੀ ਸ਼ੁਭ ਪ੍ਰਾਰੰਭਤਾ ਹੋ ਰਹੀ ਹੈ। ਰਾਗਮਾਲਾ ਦੇ ਵਿੱਚ ਸਤਿਗੁਰੂ ਜੀ ਨੇ ਇਸ ਦਾ ਪਹਿਲਾ ਨੰਬਰ ਲਿਖਿਆ ਹੈ। ਪ੍ਰਥਮ ਰਾਗ ਭੈਰੋ ਵੈ ਕਰਹੀ पंच रागनी संग उचरही। ਇਹ ਰਾਗ
ਭਾਰਤੀ ਸੰਗੀਤ ਵਿੱਚ ਪ੍ਰਚਲਿਤ ਮਧੁਰ ਅਤੇ ਗੰਭੀਰ ਪ੍ਰਕਿਰਤੀ ਦਾ ਧਾਰਨੀ ਹੈ। ਅੰਮ੍ਰਿਤ ਵੇਲੇ ਦੇ ਰਾਗਾਂ ਵਿੱਚੋਂ ਭੈਰਵ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ, ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭੈਰਵ ਨਾਮ ਦੇ ਨਾਲ ਅੰਕਿਤ ਕੀਤਾ ਗਿਆ ਹੈ। ਇਹ ਸੰਪੂਰਨ ਜਾਤੀ ਦਾ ਮਾਰਗੀय ਹੈ। ਭਾਰਤੀ ਸੰਗੀਤ ਵਿੱਚ ਪੁਰਾਤਨ ਅਤੇ ਦਸਾਂ ਥਾਟਾਂ ਵਿੱਚੋਂ ਭੈਰਵ ਥਾਟ ਦੇ ਆਸ਼ਰੇ ਰਾਗ ਹੋਣ ਕਰਕੇ ਇਸ ਦੇ ਕਈ ਪ੍ਰਕਾਰ ਪ੍ਰਚਾਰ ਵਿੱਚ ਹਨ, ਜਿਵੇਂ ਅਹੀਰ ਭੈਰਵ, ਆਨੰਦ ਭੈਰਵ, ਸ਼ਿਵ ਮਤ ਭੈਰਵ, ਨਟ ਭੈਰਵ ਆਦਿ। ਰਾਗ ਰਾਗਨੀ ਪੱਧਤੀ ਮੰਨਣ ਵਾਲੇ ਵਿਦਵਾਨਾਂ ਨੇ ਇਸ ਰਾਗ ਨੂੰ 6 ਮੁੱਖ ਰਾਗਾਂ ਵਿੱਚ ਪ੍ਰਮੁੱਖ ਮੰਨਿਆ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਰਾਗਮਾਲਾ ਵਿੱਚ ਇਸ ਰਾਗ ਨੂੰ ਪ੍ਰਮੁੱਖ ਕਰਕੇ ਰੱਖਿਆ ਹੈ। ਇਸ ਰਾਗ ਅਧੀਨ ਪਹਿਲੇ ਪਾਤਸ਼ਾਹ, ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਚੌਥੇ ਤੇ ਪੰਜਵੇਂ ਪਾਤਸ਼ਾਹ ਜੀ ਦੀ ਗੁਰਬਾਣੀ ਦਰਜ ਹੈ। ਭਗਤ ਬਾਣੀ ਅਧੀਨ ਭਗਤ ਕਬੀਰ ਜੀ, ਭਗਤ ਰਾਮਾਨੰਦ ਜੀ, ਭਗਤ ਨਾਮਦੇਵ ਜੀ ਅਤੇ ਭਗਤ ਰਵਿਦਾਸ ਜੀ ਦੀ ਬਾਣੀ ਦਰਜ ਹੈ। ਇਸ ਰਾਗ ਦੇ ਵਿੱਚ ਰਿਸ਼ਭ, ਧੈਵਤ ਯਾਨੀ ਰੇ ਅਤੇ ਧਾ ਇਹ ਕੋਮਲ ਸੁਰਾਂ ਲੱਗਦੀਆਂ ਨੇ। ਬਾਕੀ ਸੁਰਾਂ ਸ਼ੁੱਧ ਪ੍ਰਯੋਗ ਕੀਤੀਆਂ ਜਾਂਦੀਆਂ ਨੇ। ਇਸ ਦਾ ਜੋ ਵਾਦੀ ਹੈ ਉਹ ਧੈਵਤ ਯਾਨੀ ਧਾ ਜ਼ਿਆਦਾ ਯੂਜ਼ ਹੁੰਦਾ ਹੈ। ਸਮਾਧੀ ਰਿਸ਼ਭ ਰੇ ਹੈ। ਥਾਟ ਭੈਰਵ ਹੈ। ਸਮਾਂ ਸਵੇਰ ਦਾ ਸੰਧੀ ਪ੍ਰਕਾਸ਼ ਹੈ। ਬਸ ਇਹੀ ਸਮਾਂ ਜੋ ਸੂਰਜ ਚੜ੍ਹਿਆ ਨਾ ਹੋਵੇ ਪਰ ਦਿਨ ਦਾ ਚੜ੍ਹਾਅ ਹੋ ਜਾਏ। 4 ਕੁ ਘੜੀ ਰਾਤ ਰਹਿੰਦੀ ਤੋਂ ਲੈ ਕੇ ਸੂਰਜ ਚੜ੍ਹਨ ਤੱਕ ਇਸ ਨੂੰ ਗਾਇਆ ਜਾਂਦਾ ਹੈ ਅਤੇ ਜਾਤੀ ਇਸ ਦੀ ਸੰਪੂਰਨ ਹੈ। ਆਰੋਹ ਦੇ ਵਿੱਚ ਸਾਰੇ ਗ ਮ ਪ ਧਾ ਨੀ ਸਾ, ਅਵਰੋਹੀ ਵਿੱਚ ਸਾ ਨੀ ਧਾ ਪ ਗ ਮ ਰੇ ਰੇ ਸਾ। ਇਸ ਰਾਗ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 24ਵਾਂ ਅਸਥਾਨ ਹੈ। ਭੈਰਵ ਰਾਗ ਦੇ ਵਿੱਚ ਮਹੱਲਾ ਪਹਿਲਾ, ਘਰ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਸੁਰਤਾਲ ਦੇ ਵਿੱਚ 4 ਪਦੀਆਂ ਵਾਲੇ ਪਾਵਨ ਸ਼ਬਦ ਉਚਾਰਨ ਕਰਦੇ ਹਨ। ਇੱਕ ਅਦੁੱਤੀ ਬ੍ਰਹਮ ਓਅੰਕਾਰ ਸਰਬਦਾ ਜੋ ਪ੍ਰਕਾਸ਼ਕ ਹੈ। ਸਤਨਾਮ ਜੋ ਸਤ ਨਾਸ਼ ਤੋਂ ਰਹਿਤ ਸੱਚ ਸਰੂਪ ਹੈ। ਨਾਮ ਪ੍ਰਸਿੱਧ ਹੈ। ਕਰਤਾ ਜਗ ਦਾ ਰਚੈਤਾ ਹੈ। ਪੁਰਖ परिपूर्ण है। निर्भाव निर्वैर पै तू रहत वैर तू रहत है। काल मूरत काल मौत तू रहत है। मूरत हस्ती उसका पावन स्वरूप है। अजूनी ਜੂਨੀਆਂ ਦੇ ਵਿੱਚ ਨਹੀਂ ਆਉਂਦਾ ਹੈ, ਜੂਨਾਂ ਤੋਂ ਰਹਿਤ ਹੈ। ਸੁਤੇ ਪ੍ਰਕਾਸ਼ ਰੂਪ ਹੈ। ਗੁਰ ਪ੍ਰਸਾਦ ਗੁਰ ਚੇਤਨ ਹੈ ਤੇ ਪ੍ਰਸਾਦ ਆਨੰਦ ਸਰੂਪ ਹੈ। ਐਸੇ ਵਿਸ਼ੇਸ਼ਣਾ ਵਾਲਾ ਪਰਮਾਤਮਾ ਜੇ ਉਹਦੇ ਦਰਸ਼ਨ ਕਰਨੇ ਹੋਣ ਤਾਂ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤੁਜ
ਤੇ ਬਾਹਰ ਕਿਛੂ ਨਾ ਹੋਏ। ਸਤਿਗੁਰੂ ਜੀ ਇਸ ਪਾਵਨ ਸ਼ਬਦ ਵਿੱਚ ਪਰਮਾਤਮਾ ਦੇ ਸਨਮੁਖ ਬੇਨਤੀ ਕਰਨ ਦਾ ਢੰਗ ਤਰੀਕਾ ਦੱਸਦੇ ਹੋਏ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਪਰਮਾਤਮਾ ਤੇਰੇ ਹੁਕਮ ਤੋਂ ਬਗੈਰ ਜਾਂ ਭਿੰਨ ਕਿਸੇ ਪਾਸੋਂ ਕੁਝ ਵੀ ਨਹੀਂ ਹੁੰਦਾ। ਕਰ ਕਰ ਦੇਖੈ ਜਾਣੈ ਸੋਇ। ਇਹ ਪਰਮਾਤਮਾ ਤੂੰ ਆਪ ਹੀ ਸਭ ਦੀ ਉਤਪਤੀ ਕਰਕੇ ਅਤੇ ਪਾਲਣਾ ਕਰਕੇ ਸਭ ਦੇ ਕਰਮਾਂ ਨੂੰ ਦੇਖਦਾ ਹੈ ਤੇ ਜਾਣੈ ਸੋਏ ਸਭ ਦੀਆਂ ਕਨਸੂਆ ਖਬਰਾਂ ਨੂੰ ਜਾਣਦਾ ਹੈ। ਕਿਆ ਕਹੀਐ ਕਿਛ ਕਹੀ ਨਾ ਜਾਏ। ਇਹ ਪਰਮਾਤਮਾ ਤੇਰੀ ਕੀ ਉਪਮਾ ਕਹਿਣਾ ਕਰੀਏ, ਸਾਥੋਂ ਸ਼ਕਤੀ ਬਿਰਤੀ ਕਰਕੇ ਕੁਝ ਵੀ ਕਹੀ ਨਹੀਂ ਜਾਂਦੀ। ਜੋ ਕਿਛ ਹੈ ਸਭ ਤੇਰੀ ਰਜਾ। ਜਿਹੜਾ ਕੁਝ ਵੀ ਸੰਸਾਰ ਦਾ ਪਸਾਰਾ ਦ੍ਰਿਸ਼ਟੀ ਵਿੱਚ ਆ ਰਿਹਾ ਹੈ ਉਹ ਸਾਰਾ ਕੁਝ ਤੇਰੀ ਹੀ ਆਗਿਆ ਦੇ ਵਿੱਚ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਜੋ ਕਿਛ ਕਰਨਾ ਸੋ ਤੇਰਾ ਪਾਸ। ਹੇ ਪ੍ਰਮਾਤਮਾ ਜੋ ਕੁਝ ਵੀ ਬੇਨਤੀ ਆਦਿਕ ਦਾ ਕਰਤੱਵ ਕਰਨਾ ਹੈ ਉਹ ਅਸੀਂ ਤੇਰੇ ਕੋਲ ਹੀ ਕਹਿਣਾ ਕਰਦੇ ਹਾਂ। ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸੇ। ਮੈਂ ਪਾਸੇ ਪਾਠ ਕਰਦਾ ਹਾਂ ਕਿਉਂਕਿ ਪੁਰਾਣਾ ਇਹੀ ਪੱਕਿਆ ਹੈ। ਅੱਜ ਕੱਲ੍ਹ ਸਰੂਪਾਂ 'ਚ ਪਾਸ ਪਾਠ ਹੈ, ਤੇਰੇ ਪਾਸ ਸਾਡੀ ਅਰਦਾਸ ਹੈ। ਨਦਰ ਤੁਧ ਅਰਦਾਸ ਮੇਰੀ, ਕਿਰਪਾ ਤੇਰੀ ਹੈ, ਅਰਦਾਸ ਮੈਂ ਕਰ ਰਿਹਾ ਹਾਂ, ਕਿਰਪਾ ਤੂੰ ਕਰਨੀ ਹੈ। ਤੇਰੇ ਤੋਂ ਬਿਨਾ ਜੇ ਤੂੰ ਕਹੇਂਗੇ ਹੋਰ ਕਿਤੇ ਜਾ ਕੇ ਅਰਦਾਸ ਕਰੋ, ਸਾਡੀ ਜਗ੍ਹਾ ਹੀ ਕੋਈ ਨਹੀਂ। ਇਸ ਅੱਗੇ ਅਰਦਾਸ ਬੇਨਤੀ ਕਰੀਏ। ਚੋਲੇ ਵਾਲਾ ਬੰਦਾ ਜਿਹਨੇ ਗਾਤਰਾ ਪਾਇਆ, ਗੋਲ ਪੱਗ ਬੰਨੀ ਹੈ, ਉਹ ਕਿਸੇ ਅੱਗੇ ਹੱਥ ਜੋੜ ਕੇ ਖਲੋਤਾ ਚੰਗਾ ਹੀ ਨਹੀਂ ਲੱਗਦਾ। ਉਹੀ ਜਿਹੜਾ ਨਿਹੰਗ ਸਿੰਘ ਹੈ ਉਹ ਤਾਂ ਬਸ ਸਿੱਧੀ ਧੌਣ ਚੜ੍ਹਦੀ ਕਲਾ 'ਚ ਰਹੇ। ਜਿਹੜੀ ਸਰਕਾਰੀ ਫੌਜ ਹੁੰਦੀ ਹੈ ਉਹ ਕਿਸੇ ਅੱਗੇ ਝੁਕਦੀ ਥੋੜੋ ਆ। ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਸਿੱਖ ਦਾ ਸਿਰ ਸਾਧ ਸੰਗਤ ਦੇ ਚਰਨਾਂ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਹੀ ਝੁਕਦਾ ਹੈ। ਅਸੀਂ ਤੇਰੇ ਤੋਂ ਬਗੈਰ ਕਿਹਦੀ ਅੱਗੇ ਅਰਦਾਸ ਕਰੀਏ, ਕਿਉਂਕਿ ਕਾਮ ਕ੍ਰੋਧ ਆਦਿਕ ਵੈਰੀ ਸਾਡੇ ਦਾਸ ਬਣ ਜਾਣ। ਜਿਹਦੇ ਅੱਗੇ ਅਰਦਾਸ ਕਰੀਏ ਉਹ ਤਾਂ ਆਪ ਕਾਮ ਦਾ ਮਾਰਿਆ ਹੋਇਆ। शिव जी की, ब्रह्मा की, विष्णु की, बाकी दियां गल्लां दा की करनी है। इंद्र की, बड़े बड़े जिहड़े ऋषि मुनि ने वो आप काम क्रोध दे अधीन ने। सोई सतगुर पुरख है जिन पंजे दूध कीते वस छिके। श्री गुरु ग्रंथ साहिब की सेवा कोई भैन करे, कोई बीबी करे, कोई बंदा करे, कोई लामा है किसी बंदे कोल कोई खड़ के दिखाए। ਆਪਾਂ ਕਹਾਂਗੇ ਵੀ ਗੈਰ ਮਰਦ ਦੇ ਕੋਲ ਖੜਨ ਦਾ ਮਤਲਬ ਕੀ ਹੋਇਆ। ਜਿੰਨਾ ਮਰਜੀ ਕੋਈ ਬੰਦਾ ਸੱਚਾ ਸੁੱਚਾ ਹੈ, ਸਰੀਰ ਤਾਂ ਸਰੀਰ ਹੀ ਹੈ। ਤੋ ਇੱਕੋ ਇੱਕ ਗੁਰੂ ਘਰ ਹੈ ਜਿੱਥੇ ਵਿਕਾਰਾਂ ਦਾ ਨਾਸ਼ ਹੁੰਦਾ ਹੈ। ਇਸ ਲਈ ਕਿਹਦੇ ਅੱਗੇ ਅਸੀਂ ਆਪ ਦੇ ਵਿਕਾਰ ਨਾਸ਼ ਹੋਣ ਦੀ ਅਰਦਾਸ ਕਰੀਏ, ਕਿਉਂਕਿ ਸਾਰੇ ਹੀ ਵਿਕਾਰਾਂ ਦੇ ਅਧੀਨ ਨੇ। ਇੱਕੋ ਇੱਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਘਰ ਹੀ ਵਿਕਾਰਾਂ ਤੋਂ ਰਹਿਤ ਹੈ। ਇਸ ਲਈ ਵਿਕਾਰਾਂ ਦੀ ਖਲਾਸੀ ਲਈ, ਮਾਇਆ ਦੀ ਬੰਦ ਖਲਾਸੀ ਲਈ, ਬੰਦ ਖਲਾਸੀ ਭਾਣੇ ਹੋਏ ਇਹ ਮੋਹ ਮਾਇਆ ਤੋਂ ਬਚਣ ਲਈ ਇੱਕ ਗੁਰੂ ਜੀ ਦੇ ਚਰਨਾਂ ਵਿੱਚ ਹੀ ਅਰਦਾਸ ਹੈ। ਮਹਾਰਾਜ ਬਿਨ ਬੋਲਿਆ ਸਭ ਕੁਛ ਜਾਣਦਾ, ਕਿਸੇ ਆਗਿਆ ਕੀਚੇ ਅਰਦਾਸ।
ਜਿਹੜਾ ਬਿਨਾਂ ਬੋਲਿਆਂ ਤੋਂ ਸਭ ਕੁਝ ਜਾਣਦਾ ਹੈ। ਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਪਰਮਾਤਮਾ, ਇਹਨੂੰ ਛੱਡ ਕੇ ਹੋਰ ਕਿਹੜੇ ਚਰਨਾਂ ਵਿੱਚ ਅਰਦਾਸ ਕਰੀਏ। ਆਖਣ ਸੁਣਨਾ ਤੇਰੀ ਬਾਣੀ। ਇਹ ਪਰਮਾਤਮਾ, ਅਸੀਂ ਜੋ ਵੀ ਮੁਖ ਦੁਆਰਾ ਜਾਂ ਖਿਆਲਾਂ ਦੁਆਰਾ ਆਖਣਾ ਕਹਿਣਾ ਅਤੇ ਕੰਨਾਂ ਦੁਆਰਾ ਸੁਣਨਾ ਕਰਦੇ ਹਾਂ, ਉਹ ਤੇਰੀ ਬਾਣੀ ਹੈ ਜਾਂ ਤੇਰੀ ਨਾਮ ਰੂਪ ਬਾਣੀ ਨੂੰ ਤੂੰ ਆਪ ਹੀ ਗੁਰ ਈਸ਼ਰ ਰੂਪ ਹੋ ਕੇ ਆਖਣ ਵਾਲਾ ਹੈ ਅਤੇ ਜਗਿਆਸੂ ਜੀਵ ਰੂਪ ਹੋ ਕੇ ਸੁਣਨ ਵਾਲਾ ਹੈ। ਤੂੰ ਆਪੇ ਜਾਣ ਹੈ ਸਰਬ ਵਿਡਾਣੀ। ਇਹ ਆਸ਼ਚਰਜ ਕੌਤਕਾਂ ਦੇ ਕਰਨ ਵਾਲੇ ਪਰਮਾਤਮਾ, ਤੂੰ ਆਪ ਹੀ ਸਭ ਦੇ ਦਿਲ ਦੀ ਭਾਵਨਾ ਨੂੰ ਜਾਣਦਾ ਹੈ। ਕਰੀ ਕਰਾਈ ਜਾਣੈ ਆਪ। ਇਹ ਪਰਮਾਤਮਾ, ਤੂੰ ਆਪ ਹੀ ਸਭ ਜੀਵ ਪੈਦਾ ਕੀਤੇ ਨੇ ਅਤੇ ਸਭ ਦੇ ਪਾਸੋਂ ਉਹਨਾਂ ਦੀ ਵਾਸ਼ਨਾ ਦੇ ਅਨੁਸਾਰ ਕਰਤੱਵ ਕਰਾਉਂਦਾ ਹੈ। ਇਸੇ ਪ੍ਰਕਾਰ ਕਰੀ ਕਰਾਈ ਜਾਣੈ ਆਪ। ਆਪ ਹੀ ਬ੍ਰਹਮਾਦਿਕ ਪੈਦਾ ਕੀਤੇ ਨੇ ਅਤੇ ਉਹਨਾਂ ਪਾਸੋਂ ਸ੍ਰਿਸ਼ਟੀ ਦੀ ਉਤਪਤੀ ਕਰਾਉਂਦਾ ਹੈ ਅਤੇ ਸਭ ਦੇ ਅੰਦਰ ਦੀ ਗੱਲ ਆਪ ਹੀ ਜਾਣਦਾ ਹੈ। ਇਸੇ ਪ੍ਰਕਾਰ ਕਰੀ ਕਰਾਈ ਜਾਣੈ ਆਪ। ਆਪ ਹੀ ਗੁਰੂ ਰੂਪ ਹੋ ਕੇ ਉਪਦੇਸ਼ ਕਰਦਾ ਹੈ। ਆਪ ਹੀ ਸਿੱਖਾਂ ਦੇ ਪਾਸੋਂ ਅਭਿਆਸ ਕਰਾਉਂਦਾ ਹੈ ਅਤੇ ਆਪ ਹੀ ਤਤ ਬੇਤਾ ਰੂਪ ਹੋ ਕੇ ਆਪਣੇ ਸਰੂਪ ਨੂੰ ਜਾਣਦਾ ਹੈ। ਨਾਨਕ ਦੇਖੈ ਥਾਪ ਉਥਾਪ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਪ੍ਰਮਾਤਮਾ, ਤੂੰ ਆਪ ਹੀ ਸੰਸਾਰ ਨੂੰ ਥਾਪ ਸਥਿਤ ਕਰਕੇ ਫਿਰ ਉਤਾਪ ਨਾਸ਼ ਕਰਕੇ ਇਸ ਲੀਲਾ ਨੂੰ ਦੇਖ ਰਿਹਾ ਹੈ। ਇਸੇ ਪ੍ਰਕਾਰ ਨਾਨਕ ਦੇਖੈ ਥਾਪ ਉਥਾਪ। ਆਪ ਹੀ ਤੂੰ ਤਤ ਬੇਤੀਆਂ ਦੀ ਅੰਦਰੋਂ ਅਗਿਆਨ ਨੂੰ ਪੁੱਟ ਕੇ ਅਤੇ ਸ਼ੁਭ ਗੁਣਾਂ ਨੂੰ ਥਾਪ ਕੇ ਆਪਣੇ ਸਰੂਪ ਨੂੰ ਵੇਖਦਾ ਹੈ। ਇੱਕ ਓੰਕਾਰ। ਇੱਕ ਅਦੁੱਤੀ ਬ੍ਰਹਮ ਓੰਕਾਰ, ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਜਿਹੜਾ ਪਹਿਲਾ ਸ਼ਬਦ ਹੈ, ਇਹ ਸਤਿਗੁਰੂ ਨਾਨਕ ਦੇਵ ਜੀ ਦਾ ਪਹਿਲੇ ਘਰ ਸੁਰਤਾਲ ਦੇ ਵਿੱਚ ਆਇਆ। ਆ ਹੁਣ ਦੂਸਰਾ ਸ਼ਬਦ, ਘਰ ਜੋ ਬਦਲ ਰਿਹਾ ਹੈ, ਸੁਰਤਾਲ ਬਦਲ ਰਿਹਾ। ਇਸ ਕਰਕੇ ਪਹਿਲਾਂ ਤਾਂ ਰਾਗ ਦੀ ਆਰੰਭਤਾ ਕਰਕੇ ਮਹਾ ਮੰਤਰ ਉਚਾਰਨ ਕਰਕੇ ਮੰਗਲ ਕੀਤਾ ਹੈ। ਇੱਥੇ ਛੋਟਾ ਬੀਜ ਮੰਤਰ ਉਚਾਰਨ ਕਰਕੇ ਮੰਗਲ ਕਰਕੇ ਅੱਗੇ ਸਿਰਲੇਖ ਲਿਖ ਰਹੇ ਹਨ। ਰਾਗ ਭੈਰੋ ਮਹੱਲਾ ਪਹਿਲਾ। ਭੈਰੋਂ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਘਰ ਦੂਜਾ। ਦੂਸਰੇ ਸੁਰਤਾਲ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਨੇ। ਗੁਰ ਕੈ ਸ਼ਬਦ ਤਰੇ ਮੁਨ ਕੀਤੇ। ਇਹ ਭਾਈ ਗੁਰਾਂ ਦੇ ਉਪਦੇਸ਼ ਨੂੰ ਕਮਾ ਕੇ ਕਿਤਨੇ ਹੀ ਮੁਨੀ ਜਨ ਇਹ ਸੰਸਾਰ ਤੋਂ ਤਰ ਗਏ ਹਨ। ਇੰਦਰਾਦਿਕ ਬ੍ਰਹਮਾਦ ਤਰੇ। ਇੰਦਰਾਦਿਕ ਦੇਵਤੇ ਤੇ ਬ੍ਰਹਮਾਦਿਕ ਵੀ ਤਰ ਗਏ ਨੇ। ਅਰਥਾਤ ਨਾਰਦ ਮੁਨੀ ਜੀ ਮਾਛੀ ਬਣੇ ਵਸ਼ਿਸ਼ਟ ਜੀ ਤੋਂ ਉਪਦੇਸ਼ ਲੈ ਕੇ ਤਰ ਗਏ। ਇੰਦਰ ਆਦਿਕ ਦੇਵਤੇ ਬ੍ਰਹਸਪਤੀ ਜੀ ਤੋਂ ਉਪਦੇਸ਼ ਲੈ ਕੇ ਤਰ ਗਏ ਅਤੇ ਬ੍ਰਹਮਾ ਆਕਾਸ਼ ਬਾਣੀ ਦੁਆਰਾ ਗੁਰੂ ਅਕਾਲ ਦੇ ਸ਼ਬਦ ਨੂੰ ਸੁਣ ਕੇ ਇਹ ਨਾਮ ਜਪ, ਨਾਮ ਜਪ, ਨਾਮ ਜਪ, ਤਪ ਕਰ, ਤਪ ਕਰ, ਤਪ ਕਰ, ਇਸ ਉਪਦੇਸ਼ ਨਾਲ ਤਰ ਗਿਆ। ਸਾਨਕ ਸਨੰਦਨ ਤਪਸੀ ਜਨ ਕੀਤੇ। ਸਨਕ ਸਨੰਦਨ ਸੰਤ ਕੁਮਾਰ ਇਹ ਇਤਿਆਦਿਕ ਬ੍ਰਹਮਾ ਦੇ ਜਿਹੜੇ ਪੁੱਤਰ ਨੇ ਅਤੇ ਹੋਰ ਵੀ ਕਿਤਨੇ
ਤਪਸਵੀ ਪੁਰਖ ਗੁਰ ਪ੍ਰਸਾਦੀ ਪਾਰ ਪਰੇ। ਗੁਰਾਂ ਦੀ ਕਿਰਪਾ ਦੁਆਰਾ ਹੀ ਸੰਸਾਰ ਸਮੁੰਦਰ ਤੋਂ ਪਾਰ ਪਏ ਹਨ। ਭਵ ਜਲ ਬਿਨ ਸ਼ਬਦੈ ਕਿਉ ਤਰੀਐ। हे ਭਾਈ, ਇਸ ਲਈ ਇਹ ਸੰਸਾਰ ਸਮੁੰਦਰ ਗੁਰਾਂ ਦੇ ਉਪਦੇਸ਼ ਦੀ ਕਮਾਈ ਤੋਂ ਬਿਨਾਂ ਕਿਵੇਂ ਤਰੀਏ? ਭਾਵ ਨਹੀਂ ਤਰਿਆ ਜਾ ਸਕਦਾ। ਨਾਮ ਬਿਨਾ ਜਗ ਰੋਗ ਵਿਆਪਿਆ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸੰਸਾਰ ਦੇ ਜੀਵਾਂ ਨੂੰ ਪ੍ਰਤੱਖ ਰੋਗ, ਹਉਮੈ ਦਾ ਰੋਗ, ਅਗਿਆਨ ਦਾ ਦੁੱਖ ਲੱਗਿਆ ਰਹਿੰਦਾ ਹੈ। ਡੁੱਬਦਾ ਡੁੱਬ ਡੁੱਬ ਮਰੀਐ। ਅਤੇ ਦੁਚਿੱਤੇ ਪੁਣੇ ਵਿੱਚ ਦੁਚਿੱਤੇ ਪੁਣੇ ਕਾਰਨ ਪਰਮਾਤਮਾ ਤੋਂ ਬੇਮੁਖ ਹੋ ਕੇ ਸੰਸਾਰ ਸਮੁੰਦਰ ਅੰਦਰ ਵਿਸ਼ਿਆਂ ਰੂਪ ਪਾਣੀ ਵਿੱਚ ਡੁੱਬ ਡੁੱਬ ਕੇ ਮਰੀਦਾ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਗੁਰਦੇਵਾ ਗੁਰ ਅਲਖ ਅਭੇਵਾ। ਗੁਰੂ ਹੀ ਪੂਜਨੀਕ ਪ੍ਰਕਾਸ਼ ਰੂਪ ਹੈ। ਗੁਰੂ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ ਅਤੇ ਸ਼ਕਤੀ ਬਿਰਤੀ ਕਰਕੇ ਭੇਦ ਪਾਉਣ ਤੋਂ ਰਹਿਤ ਹੈ। ਗੁਰ ਈਸਰ, ਗੁਰ ਗੋਰਖ, ਬ੍ਰਹਮਾ ਗੁਰ, ਪਾਰਵਤੀ ਮਾਈ। ਸਲੋਕ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ, ਗੁਰਦੇਵ ਸਖਾ ਗਿਆਨ ਭੰਜਨ, ਗੁਰਦੇਵ ਬੰਧੁ ਸਹੋਦਰ, ਗੁਰਦੇਵ ਦਾਤਾ ਹਰ ਨਾਮ ਉਪਦੇਸ, ਗੁਰਦੇਵ ਮੰਤ ਨਿਰੁਧਰਾ, ਗੁਰਦੇਵ ਸ਼ਾਂਤ ਸਦ ਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰ। ਇਉਂ ਗੁਰੂਰ ਬ੍ਰਹਮਾ, ਗੁਰੂਰ ਵਿਸ਼ਨੂੰ, ਗੁਰੂਰ ਸੁਆਮੀ ਮਹੇਸ਼ਵਰ। ਇਹ ਨਹੀਂ ਵੀ ਵਿਸ਼ਨੂੰ ਸਾਡਾ ਗੁਰੂ ਹੈ ਜਾਂ ਬ੍ਰਹਮਾ ਸਾਡਾ ਗੁਰੂ ਹੈ ਜਾਂ ਸ਼ਿਵ ਜੀ ਸਾਡਾ ਗੁਰੂ ਹੈ। ਇਹਦੀ ਅਰਥ ਗੁਰੂ ਹੀ ਬ੍ਰਹਮਾ ਰੂਪ ਹੈ ਜੋ ਸ਼ੁਭ ਗੁਣ ਪੈਦਾ ਕਰਦਾ ਸਿੱਖਾਂ ਦੇ ਹਿਰਦਿਆਂ 'ਚ। ਗੁਰੂ ਹੀ ਵਿਸ਼ਨੂੰ ਰੂਪ ਹੈ ਜੋ ਸਾਰੇ ਸਿੱਖਾਂ ਸੰਗਤਾਂ ਨੂੰ ਪਾਲ ਰਿਹਾ ਹੈ। ਤੇ ਗੁਰੂ ਹੀ ਸਾਡੇ ਲਈ ਸ਼ਿਵ ਜੀ ਹੈ ਜੋ ਕਾਮ ਬਾਧਕਾਂ ਦਾ ਸੰਘਾਰ ਕਰਦਾ ਹੈ। ਤ੍ਰਿਭਾਵਨ ਸੋਜੀ ਗੁਰ ਕੀ ਸੇਵਾ। ਜੋ ਗੁਰੂ ਦੀ ਭਗਤੀ ਰੂਪ ਟਹਿਲ ਕਰਕੇ ਤਿੰਨਾਂ ਲੋਕਾਂ ਦੀ ਗਿਆਤ ਹੋ ਜਾਂਦੀ ਹੈ ਜਾਂ ਤਿੰਨਾਂ ਭਵਨਾਂ ਨਾਲ, ਤਿੰਨਾਂ ਭਵਨਾਂ ਭਾਵ ਜਾਗਰਤ, ਸੁਪਨ, ਸੁਖੋਪ ਦੇ ਪ੍ਰਕਾਸ਼ਕ ਦੀ ਸੋਝੀ ਹੋ ਜਾਂਦੀ ਹੈ ਜਾਂ ਤਿੰਨਾਂ ਭਵਨਾਂ ਦੇ ਵਿੱਚ ਭ੍ਰਮਣ ਕਰਨ ਵਾਲੇ ਮਨ ਦੇ ਰੋਕਣ ਦੀ ਸੋਝੀ ਆ ਜਾਂਦੀ ਹੈ। ਆਪੇ ਦਾਤ ਕਰੀ ਗੁਰ ਦਾਤਾ। ਜਦ ਆਪ ਹੀ ਦਾਤਾਰ ਗੁਣਾਂ ਨੇ, ਦਾਤਾਰ ਗੁਰਾਂ ਨੇ ਆਪਣੇ ਨਾਮ ਦੀ, ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ। ਮਾਇਆ ਅਲਖ ਅਭੇਵਾ। ਤਦੋਂ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ ਅਤੇ ਸ਼ਕਤੀ ਬਿਰਤੀ ਕਰਕੇ ਭੇਦ ਤੋਂ ਰਹਿਤ ਪਰਮਾਤਮਾ ਨੂੰ ਪਾਉਣਾ ਕੀਤਾ। ਮਨ ਰਾਜਾ ਮਨ ਮਨ ਤੇ ਮਾਨਿਆ। ਉਸ ਮਨੁੱਖ ਦਾ ਮਨ ਪ੍ਰਕਾਸ਼ ਵਾਲਾ ਹੋ ਗਿਆ ਹੈ ਜਿਸ ਦਾ ਪਹਿਲਾਂ ਅਸ਼ੁੱਧ ਮਨ ਸ਼ੁੱਧ ਮਨ ਦੀ ਸਿੱਖਿਆ ਤੋਂ ਮੰਨ ਗਿਆ ਹੈ ਜਾਂ ਗੁਰਾਂ ਦੇ ਮੰਤਰ ਕਰਕੇ ਸ਼੍ਰੋਮਣੀ ਬ੍ਰਹਮ ਦੇ ਵਿੱਚ ਮੰਨ ਗਿਆ ਹੈ। ਮਨਸਾ ਮਨ ਹੈ ਸਮਾਈ। ਅਤੇ ਮਨ ਦੀ ਵਾਸ਼ਨਾ ਮਨ ਦੇ ਵਿੱਚ ਹੀ ਸਮਾ ਗਈ ਹੈ। ਮਨ ਜੋਗੀ ਮਨ ਬਿਨਸ ਬਿਯੋਗੀ। ਜਦੋਂ ਮਨ ਆਪਣੀਆਂ ਬਿਰਤੀਆਂ ਨੂੰ ਰੋਕਣ ਲੱਗ ਜਾਂਦਾ ਹੈ ਤਦੋਂ ਜੁੜਿਆ ਹੋਇਆ ਖਮਾਉਂਦਾ ਹੈ। ਜਦੋਂ ਮਨ ਨਾਸ਼ ਹੋਣ ਵਾਲੇ ਪਦਾਰਥਾਂ ਵਿੱਚ ਲੱਗਦਾ ਹੈ ਤਦੋਂ ਵਿਜੋਗੀ ਬਣ ਜਾਂਦਾ ਹੈ ਜਾਂ ਪਰਮਾਤਮਾ ਤੋਂ ਵਿਯੋਗੀ ਵਿਛੜ ਕੇ ਨਾਸ਼ ਹੁੰਦਾ ਰਹਿੰਦਾ ਹੈ। ਅਤੇ ਪਰਮਾਤਮਾ ਦੇ ਗੁਣ ਗਾਉਣ ਕਰਕੇ ਮਨ ਸਮਝ ਜਾਂਦਾ ਹੈ ਜਾਂ ਜਦੋਂ ਮਨ
ਮਹਾਰਾਜ ਕਥਨ ਕਰਦੇ ਨੇ, ਮਨ ਸਮਝੈ ਗੁਣ ਗਾਈ। ਜਦੋਂ ਮਨ ਗੁਰਾਂ ਦੁਆਰਾ ਕੁਝ ਸਮਝ ਜਾਂਦਾ ਹੈ ਤਦੋਂ ਪਰਮਾਤਮਾ ਦੇ ਗੁਣ ਗਾਉਣ ਲੱਗ ਜਾਂਦਾ ਹੈ। ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ। ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਨੂੰ ਵਿਚਾਰਿਆ ਅਤੇ ਗੁਰਾਂ ਦੁਆਰਾ ਆਪਣੇ ਮਨ ਦੇ ਮੰਦੇ ਸੁਭਾਅ ਨੂੰ ਮਾਰਿਆ ਹੈ, ਜਾਂ ਗੁਰਾਂ ਦੇ ਮੰਤਰ ਦੁਆਰਾ ਜਾਂ ਸ਼੍ਰੋਮਣੀ ਪਰਮਾਤਮਾ ਦੇ ਨਾਮ ਦਾ ਮੰਨਣ ਕਰਕੇ ਆਪਣੇ ਮਨ ਦੇ ਮੰਦੇ ਸੁਭਾਅ ਨੂੰ ਮਾਰਿਆ ਅਤੇ ਸਭ ਥਾਵਾਂ ਵਿੱਚ ਬ੍ਰਹਮ ਨੂੰ ਹੀ ਵਿਆਪਕ ਜਾਣ ਕੇ ਵਿਚਾਰਿਆ ਹੈ। ਸ਼ਬਦ ਸੰਸਾਰ ਵਿੱਚ ਪਰਮਾਤਮਾ ਨੂੰ ਵਿਚਾਰਿਆ ਹੈ। ਵਿਰਲੇ ਸੰਸਾਰਾ। ਉਹ ਮਨੁੱਖ ਇਸ ਸੰਸਾਰ ਜਗਤ ਵਿੱਚ ਵਿਰਲੇ ਟਾਵੇਂ ਟਾਵੇਂ ਹਨ, ਹੈਨ ਵਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ। ਨਾਨਕ ਸਾਹਿਬ ਭਰਪੂਰ ਲੀਨਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਮਾਲਕ ਪਰਮਾਤਮਾ ਸਭ ਥਾਈਂ ਲਬਾ ਲਬ ਪੂਰਨ ਹੋ ਕੇ ਲੀਨ ਹੋਇਆ ਮਿਲਿਆ ਹੋਇਆ ਹੈ। ਸਾਚ ਸ਼ਬਦ ਨਿਸਤਾਰਾ। ਗੁਰਾਂ ਦੇ ਸੱਚੇ ਉਪਦੇਸ਼ ਦੁਆਰਾ ਉਸ ਮਾਲਕ ਨੂੰ ਜਾਣ ਕੇ ਹੀ ਜੀਵ ਦਾ ਪਾਰ ਉਤਾਰਾ ਹੁੰਦਾ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਭੈਰੋਂ ਰਾਗ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਕੇ ਬਿਰਧ ਅਵਸਥਾ ਦੀ ਹਾਲਤ ਦੱਸਦੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਨੈਣੀ ਦ੍ਰਿਸ਼ਟ ਨਹੀਂ ਤਾ ਨਹੀਂ ਨਾ। ਇਹ ਭਾਈ ਬਿਰਧ ਅਵਸਥਾ ਵਿੱਚ ਨੇਤਰ ਅੰਦਰ ਦੇਖਣ ਦੀ ਸ਼ਕਤੀ ਨਹੀਂ ਰਹਿੰਦੀ। ਸ੍ਰੀ ਗੁਰੂ ਨਾਨਕ ਦੇਵ ਜੀ ਵੇਲੇ ਤਾਂ ਬੁੱਢਿਆਂ ਦੀ ਨਿਗਾਹ ਜਾਂਦੀ ਸੀ, ਸਾਡੇ ਤਾਂ ਜੰਮਦੇ ਨਿਆਣਿਆਂ ਦੀ ਚਲੀ ਗਈ। ਜੰਮਦੇ ਬਾਅਦ 'ਚ ਨਹੀਂ ਨਿਗਾਹ ਐਨਕਾਂ ਪਹਿਲਾਂ ਲੱਗ ਜਾਂਦੀਆਂ ਨੇ, ਕਿਉਂਕਿ ਆ ਬਿਮਾਰੀ ਮੋਬਾਇਲਾਂ ਦੀ ਨਹੀਂ ਛਗੜਾ ਛੱਡਦੀ, ਜਾਂ ਬਿਮਾਰੀਆਂ ਇਸ ਤਰ੍ਹਾਂ ਦੀਆਂ, ਕੋਈ ਪੀਲੀਆ ਹੋ ਗਿਆ, ਕੋਈ ਟਾਈਫਾਈਡ ਹੋ ਗਿਆ। ਇਸ ਵਾਸਤੇ ਬਿਰਧ ਅਵਸਥਾ ਤੇ ਬੜੀ ਦੂਰ ਆਉਣੀ ਹੈ, ਨਿਗਾਹ ਪਹਿਲਾਂ ਹੀ ਸਤਿ ਸ੍ਰੀ ਅਕਾਲ ਬੁਲਾ ਜਾਂਦੀ ਹੈ। ਜਿਹੜਾ ਸਰੀਰ ਹੈ ਇਹ ਵੀ ਬਿਮਾਰੀਆਂ ਹਜ਼ਾਰਾਂ ਹੀ ਹਨ, ਕਦੀ ਆ ਡੇਂਗੂ ਆ ਗਿਆ, ਕਦੀ ਮਰਗ ਕੁਛ ਆ ਗਿਆ, ਕਦੀ ਕੁਛ ਆ ਗਿਆ। ਬੁੱਢੇ ਤਾਂ ਕਦ ਹੁਣ ਪਹਿਲਾਂ ਹੀ ਨਹੀਂ ਖੜਾ ਛੱਡਦੀਆਂ, ਕਮਜ਼ੋਰ ਹੋਈ ਜਾ ਰਿਹਾ ਸਰੀਰ, ਤੇ ਖਾਂਦਿਆਂ ਪੀਂਦਿਆਂ ਵੀ ਬੰਦਾ ਉੱਥੇ ਗਈ ਹੈ, ਕਿਉਂਕਿ ਨਿਗਾਹ ਦੀ ਕਮਜ਼ੋਰੀ ਸਰੀਰ ਦੀ ਕਮਜ਼ੋਰੀ ਦਾ ਹੀ ਕਾਰਨ ਹੈ। ਚਾਰ ਜੀਤਿਆ ਸਿਰ ਕਾਲੋ। ਬਜ਼ੁਰਗ ਹੋਇਆਂ ਤੋਂ ਤਾਂ ਅਵਸ਼ ਹੀ ਨਿਗਾਹ ਢਿੱਲੀ ਪੈ ਜਾਏਗੀ, ਸਰੀਰ ਵੀ ਇਸ ਕਮਜ਼ੋਰ ਹੋ ਜਾਏਗਾ। ਇਉਂ ਇਸ ਸਰੀਰ ਨੂੰ ਬੁਢੇਪਾ ਜਿੱਤ ਲੈਂਦਾ ਹੈ। ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੇ ਆਈ, ਬੁਢੇਪਾ ਆਈ ਜਾਏਗਾ। ਅੰਤ ਨੂੰ ਸਿਰ ਉੱਪਰ ਸਿਰ ਕਾਲੋ ਕਾਲ ਆ ਜਾਂਦਾ ਹੈ। ਰੂਪ ਰੰਗ ਰਹਿਸ ਨਹੀਂ ਸਾਚਾ। ਸਰੀਰ ਦਾ ਜਿਹੜਾ ਸੁੰਦਰ ਸਰੂਪ ਹੈ, ਬੜਾ ਸੋਹਣਾ ਗੋਰਾ ਚਿੱਟਾ ਰੰਗ ਹੈ, ਤੇ ਜ਼ੁਬਾਨ ਦੇ ਸਵਾਦ ਲੈਂਦਾ ਹੈ, ਇਹ ਸਭ ਕੁਝ ਸੱਚਾ ਨਹੀਂ ਹੈ। ਇਸੇ ਤਰ੍ਹਾਂ ਰੂਪ ਰੰਗ ਰਹਿਸ ਨਹੀਂ ਸਾਚਾ। ਜਿਸ ਨੂੰ ਰੂਪ ਭਾਵ ਦਿਲ ਦੀ ਸਫਾਈ, ਵਾਹਿਗੁਰੂ ਦਾ ਪ੍ਰੇਮ ਅਤੇ ਸੱਚੇ ਪ੍ਰਭੂ ਦਾ ਆਨੰਦ ਪ੍ਰਾਪਤ ਨਹੀਂ ਹੋਇਆ, ਕਿਉ ਛੋੜੈ ਜਮ ਜਾਲੋ। ਉਸ ਨੂੰ ਯਮਰਾਜ ਆਪਣੀ ਜਾਲੋ ਫਾਹੀ ਵਿੱਚ ਪਾਉਣ ਤੋਂ ਕਿਵੇਂ ਛੱਡ ਸਕਦਾ ਹੈ? ਭਾਵ ਨਹੀਂ ਛੱਡ ਸਕਦਾ, ਉਹ ਅਵਸ਼ ਜਮਾਂ ਦੀ ਫਾਹੀ ਵਿੱਚ ਪਏਗਾ। ਪ੍ਰਾਣੀ ਹਰ ਜਪ ਜਨਮ ਗਇਓ। ਇਹ ਪ੍ਰਾਣਧਾਰੀ ਜੀਵ ਹਰੀ ਪ੍ਰਮਾਤਮਾ ਦਾ ਨਾਮ ਜਪ। ਤੇਰਾ ਮਨੁੱਖਾ ਜਨਮ ਬਹੁਤ ਪਿੱਛੇ ਵਿਅਰਥ ਚਲਾ ਗਿਆ ਹੈ। ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ।
पर हुण तां समझ जा, सब कुछ खा लिया, पी लिया, हंडा लिया, वेख लिया, किन्ना क करेगा? आखिर जबान रह ही जाएगी, शरीर कमज़ोर हो जाएगा। जिन्ना क चिर थोड़े बहुते साह प्राण चलते ने, नाम जप ला। इसलिए महाराज कहते ने कि तेरा मनुखा जन्म बतीत हो चले आईओ, पिछली उम्र गुनाही बेती, हर की भगत न कीती, आगे समझ चलो नंद लाला, पाछा जो बीती सो बीती। जे हुण भी आ जाएगा तां गई भोड़ बंदी छोड़, निरंकार दुखदारी। पिछली व्यर्थ गई उम्र नूं महाराज बंदी छोड़ वापस मोड़ लियाउणगे, वो पिछली भी सफल हो जाएगी। धन गुरु अमरदास महाराज वांग किरपा हो जाएगी। एक गुरसिख सियाटल USA, दोवें ब्रदर भाई साधु सिंह ते भाई दलजीत सिंह जी, जिन्हां ते महाराज की बड़ी किरपा, कीर्तन की सेवा निभा रहे ने सियाटल शहर। एक बार उन्होंने मैनू दसिया कि असीं 2 नितनेम करते हैं, 5 बाणियां दे 2 बार नितनेम करते हैं। क्यों? क्योंकि पहला आपां न्याणे सी, पता ही नहीं सी 5 बाणियां हुंदियां किहड़ियां ने। वो जिन्ने नितनेम पिछे अनजानपणे दे विच रह गए ने, वो भी कबर हो जान। ऐसी गुरमुखां दी अवस्था ते गुरु साहब अमर छकण तों पिछले गुनाह माफ़ कर दिंदा है। पातशाह जी का वचन है, पिछले औगण बख्श लए प्रभ, आगे मार्ग पावै। साज शब्द बिन कबहू ना छूटस। जिथे मर्जी भज लो, जिन्ना मर्जी दौड़ लो, सच्चे गुरां दे उपदेश नूं तुहानूं लैना ही पएगा। तो किते मंदिर मसीत या किते मड़ी कबर ते किते होर थां नहीं मिलेगा। वो मिलूगा तो गुरुद्वारे मिलूगा। इत्थे आके चौंकड़ा मारना ही पऊगा। महाराज के उपदेश तो बिना कदे भी जमात के बंधना तो तू छुट नहीं सकेगा। दौड़ना दौड़ी जा, आखिर थक के हंब के आवेगा ही, इत्थे आना पएगा। इसलिए होनी क्यों ना बेनती करें, किरत कर्म के भी छोड़े, कर कृपा मिलो राम। 4 कुंड दे दिस प्रमे, थक आए प्रभ की साम। असी आपदे कीते कर्मां करके ही वाहिगुरु ते तो मिछड़ गए सी। 4 कुंडां वाले संसार दे विच कुत्ते बिल्ले सप ठूए अनेकां जन्मां दे विच भरमदे होए थक के तेरी शरण में आ गए हाँ। ते हुण किरपा करके सानू आप दी शरण में रख के नामदान बख्श। भट्टा ने भी सतगुरु अर्जन देव जी के चरणों च मंजी साहब बेनती कीती, रहियो संत हों टोल, साध बहु तेरे डठे, सन्यासी तपसी है मुखों है पंडित मिठे, बरसे को फिर उखन नो परचो लायो, कहते कहती सुनी रहत को खुशी न आयो, हर नाम छोड़ दूजे लगे, तिनके गुण हो गया कहूँ, गुर दइए मिलायो भिखिया, जिव तू रखे है तिव रहो, बिरथा जन्म पायो। इस प्रकार तेरा अमोलक मुर्खा जन्म नाम सिमरन तो बिना, वाहिगुरु की प्राप्ति तो बिना व्यर्थ ही बतीत हो गया है। विश्राम देकर फुरमान कर देने, तन मह काम क्रोध हाव ममता। हे जीव तेरे शरीर विच काम दा फुरना नहीं जाता, विकार दृष्टि है। क्रोध गुस्से की नाड़ बनिया होया है, इन्नी पावर है भी स्विच वाले वो करंट वाले पॉइंट दे विच भी इन्नी पावर नहीं हुंदी।
ਕੋਈ ਗੱਲ ਕਰਕੇ ਜਾਵੇ ਕਿਥੇ। ਹੰਗਤਾ ਤੇ ਮਮਤਾ ਮੇਰ ਤੇਰ ਦੀ ਅਤਿਅੰਤ ਭਾਰੀ ਤੇ ਕਠਿਨ ਔਖੀ ਦੁਖਦਾਈ ਪੀੜਾ ਹੋ ਰਹੀ ਹੈ। ਕਠਿਨ ਪੀਰ ਅਤ ਭਾਰੀ। ਇਹਨਾਂ ਵਿਕਾਰਾਂ ਦੀ ਕੁਸੰਗਤ ਕਰਕੇ ਜੰਮਣ ਮਰਨ ਦੀ ਅਤਿਅੰਤ ਭਾਰੀ ਪੀੜਾ ਹੋ ਰਹੀ ਹੈ, ਜੋ ਸਹਾਰਨੀ ਬੜੀ ਹੀ ਕਠਿਨ, ਬੜੀ ਹੀ ਮੁਸ਼ਕਲ ਹੈ। ਲਾਈਟ ਤਾਂ ਜਗਦੀ ਹੈ, ਇੱਕ ਤਾਰ ਠੰਡੀ ਹੋਵੇ ਤੇ ਦੂਜੀ ਗਰਮ ਹੋਵੇ। ਜੇ ਦੋਨੇ ਹੀ ਗਰਮ ਨੇ ਫਿਰ ਤਾਂ ਸਤਿ ਸ੍ਰੀ ਅਕਾਲ, ਵਕੀਲਾਂ ਦੇ ਚੱਕਰ ਕੱਟਣੇ ਪੈਣਗੇ। ਕੋਰਟ ਕਚਹਿਰੀਆਂ ਵਿੱਚ ਘਰਾਂ ਦੇ ਕੇਸ ਜ਼ਿਆਦਾ ਭਰਾਵਾਂ ਦੇ, ਭੈਣ ਭਰਾਵਾਂ, ਪਤੀ ਪਤਨੀ ਦੇ, ਕਿਉਂਕਿ ਕਿਸੇ ਦਾ ਸੁਭਾਅ ਨਿਮਰਤਾ ਵਾਲਾ ਹੈ ਹੀ ਨਹੀਂ, ਸਾਰੇ ਗੁੱਸੇਖੋਰੀ ਨੇ। ਨਿਯਮ ਤਾਂ ਇਹ ਹੈ ਵੀ ਇੱਕ ਨੂੰ ਗੁੱਸਾ ਆਇਆ ਦੂਜਾ ਪਾਸੇ ਹੋ ਜਾਏ, ਭਾਵੇਂ 10-15 ਮਿੰਟਾਂ ਬਾਅਦ ਠੰਡੇ ਹੋਏ ਤੋਂ ਫਿਰ ਆਪਦਾ ਪੱਖ ਪੇਸ਼ ਕਰ ਦੇ। ਤੇ ਜਦ ਦੋਵੇਂ ਹੀ ਗੁੱਸਾ ਕਰਨਗੇ ਫਿਰ ਤਾਂ ਲੜਾਈ ਹੋਊਗੀ। ਇਸ ਵਾਸਤੇ ਆਪਦੀ ਕਮਾਈ ਨੂੰ ਵਕੀਲਾਂ ਨੂੰ ਉਜਾੜੀ ਜਾਣਾ, ਜੱਜਾਂ ਨੂੰ ਦੇਈ ਜਾਣਾ। ਸਾਡੇ ਨੂੰ ਤਾਂ ਮੈਂ ਵੇਖਿਆ ਗੁੱਜਰ ਹੀ ਚੰਗੇ ਨੇ। ਗੁੱਜਰ ਅਜੇ ਟੱਪਰੀਵਾਸ ਨਹੀਂ ਹੁੰਦੇ। ਗੁੱਜਰ ਜਿਹੜੇ ਨੇ ਪਤਾ ਨਹੀਂ ਕਿੱਧਰੋਂ ਆਉਂਦੇ, ਬਾਗੜੀ ਅਜੇ ਇਹਨਾਂ ਦੀ ਆਪਦੀ ਪੰਚਾਇਤ ਹੁੰਦੀ ਹੈ। ਇਹ ਕੋਈ ਵਕੀਲ ਵਕੂਲ ਜਾਂ ਕਿਸੇ ਜੱਜ ਦੇ ਕੋਲ ਨਹੀਂ ਜਾਂਦੇ, ਕੋਈ ਕੋਰਟ ਕਚਹਿਰੀ 'ਚ ਕੇਸ ਨਹੀਂ ਲਾਉਂਦੇ। ਆਪਦੇ ਬੰਦੇ ਬਿਠਾ ਕੇ ਘਰ ਦੀ ਗੱਲ ਜੇ ਬਾਹਰ ਚਲੀ ਗਈ ਸਮਝ ਲਓ ਕੰਮ ਤਮਾਮ ਹੋ ਗਿਆ। ਤੇ ਜੇ ਚਲੀ ਵੀ ਗਈ ਹੈ ਤੇ 4 ਬੰਦੇ ਬਿਠਾ ਕੇ, ਇੱਕ ਨੇ ਕਹੀ ਦੂਜੇ ਨੇ ਮਾਨੀ ਤੇ ਦੋਨੋਂ ਮੰਨ ਕੇ ਬ੍ਰਹਮ ਗਿਆਨੀ। ਬ੍ਰਹਮ ਗਿਆਨ ਇਹ ਨਹੀਂ ਵੀ ਕੋਈ ਘੋਲ ਕੇ ਜੂਸ ਪਿਆ ਦੇਣਾ, ਇਹੀ ਬ੍ਰਹਮ ਗਿਆਨ ਹੈ ਵੀ ਇਨਸਾਨ ਹੁਣ ਰੱਬ ਦੀ ਤਾਂ ਆਪਾਂ ਪੂਜਾ ਕਰਦੇ ਹਾਂ, ਜੋਤਾਂ ਜਗਾਉਂਦੇ ਹਾਂ, ਧੂਪ ਦਿਖਾਉਂਦੇ ਹਾਂ, ਮੱਥੇ ਟੇਕਦੇ ਹਾਂ, ਤੇ ਵੇਖੋ ਥਾਲ ਪ੍ਰਸ਼ਾਦਿਆਂ ਦੇ ਲੈ ਕੇ ਆਉਂਦੇ ਆ। ਸਰਾਧ ਚੱਲ ਰਹੇ ਨੇ। ਤੁਸੀਂ ਦੱਸੋ, ਜੀਵਤ ਪਿੱਤਰ ਨਾ ਮਾਨੇ ਕੋ, ਇਹ ਬਾਣੀ ਝੂਠ ਬੋਲਦੀ ਹੈ? ਜੇ ਸੱਚਮੁੱਚ ਅਸੀਂ ਚੰਗੇ ਹੋਈਏ ਤੇ ਮਹਾਰਾਜ ਸਾਡੇ ਤੇ ਕਮੈਂਟ ਕਿਉਂ ਕਰਨ? ਇਹ ਹਰੇਕ ਜਗ੍ਹਾ ਤੇ ਗੱਲ ਚੱਲਦੀ ਹੈ। ਜਿਉਂਦਾ ਬੰਦਾ ਤਾਂ ਵਿਚਾਰਾ ਉਹ ਕਮਿਊਨਿਟੀ ਹਾਲਾਂ ਦੇ ਵਿੱਚ ਆਪਦੀਆਂ ਰਾਤਾਂ ਕੱਟ ਰਿਹਾ, ਕੋਈ ਪਾਣੀ ਨਹੀਂ ਪੁੱਛਦਾ। ਤੇ ਮਰਿਆਂ ਤੋਂ ਬਾਅਦ ਆਪਾਂ 100 ਸਟੰਟ ਕਰਦੇ ਹਾਂ, ਪਤਾ ਹੀ ਨਹੀਂ ਲੱਗਦਾ ਵੀ ਵਿਆਹ ਹੈ ਜਾਂ ਜਨਮ ਦਿਨ ਮਨਾਇਆ ਜਾ ਰਿਹਾ, ਕਹਿੰਦੇ ਕਿਸੇ ਮਰਗ ਦਾ ਭੋਗ ਹੈ। ਉਹ ਵਿਚਾਰਾ ਭਾਵੇਂ ਜਮਾਂ ਦੇ ਵਸ ਪਿਆ, ਪਤਾ ਨਹੀਂ ਕਿਹੜੀ ਮੁਸ਼ਕਿਲ 'ਚ ਪਿਆ ਹੋਵੇ, ਧਰਮ ਰਾਜੇ ਕੋਲ ਜਵਾਬ ਦੇਣਾ ਔਖਾ ਹੋਵੇ। ਇੱਧਰ ਚਾਹ ਪਕੌੜੇ ਤੇ ਲੱਡੂ ਜਲੇਬੀਆਂ ਚੱਲਦੀਆਂ ਹੁੰਦੀਆਂ, ਸਾਡਾ ਖਾਣਾ ਪੀਣਾ ਹੀ ਨਹੀਂ ਮੁੱਕਦਾ। ਜੀਵਤ ਪਿੱਤਰ ਨਾ ਮਾਨੇ ਕੋ, ਮੋਏ ਸਰਾਧ ਕਰਾਹੀ, ਪਿੱਤਰ ਵੀ ਵਪਰੇ ਕਹੋ ਕਿਉ ਖਾਵੇ, ਕਊਆ ਕੁੱਕਰ ਖਾਹੀ। ਤੋ ਇਸ ਲਈ ਇਹ ਵਿਕਾਰਾਂ ਦੇ ਅਧੀਨ ਲੜਾਈ ਝਗੜੇ ਵਿੱਚ ਜ਼ਿੰਦਗੀ ਬਤੀਤ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਨੇ ਇਹਨਾਂ ਵਿਕਾਰਾਂ ਦੀ ਕੁਸੰਗਤ ਕਰਕੇ ਜੰਮਣ ਮਰਨ ਦੀ ਅਤਿਅੰਤ ਭਾਰੀ ਪੀੜਾ ਹੋ ਰਹੀ ਹੈ, ਜੋ ਸਹਾਰਨੀ ਬੜੀ ਹੀ ਕਠਿਨ ਮੁਸ਼ਕਿਲ ਹੈ। ਗੁਰਮੁਖ ਰਾਮ ਜਪਹੁ ਰਸ ਰਸਨਾ। ਇਹ ਜੀਵ ਮੁਖੀ ਗੁਰਾਂ ਜਾਂ ਗੁਰਮੁਖਾਂ ਦੀ ਸੰਗਤ ਕਰਕੇ ਪ੍ਰੇਮ ਨਾਲ ਰਸਨਾ ਜ਼ੁਬਾਨ ਦੁਆਰਾ ਰਾਮ ਪਰਮਾਤਮਾ ਦਾ ਨਾਮ ਜਪਣਾ ਕਰੋ। ਇਸੇ ਤਰ੍ਹਾਂ ਗੁਰਮੁਖ ਰਾਮ ਜਪਹੁ ਰਸ ਰਸਨਾ। ਮੁਖੀ ਗੁਰਾਂ ਤੋਂ ਉਪਦੇਸ਼ ਲੈ ਕੇ ਗੁਰਮੁਖਾਂ ਦੀ ਸੰਗਤ ਦੁਆਰਾ ਆਪਣੀ ਰਸਨਾ ਨੂੰ ਨਾਮ ਦੇ ਵਿੱਚੋਂ ਰਸਾਉਣਾ ਕਰ। ਰਸਨਾ ਦੀ ਰਸਾਂ ਨੂੰ ਛੱਡ ਕੇ ਰਾਮ ਨਾਮ ਨੂੰ ਜਪਣਾ ਕਰ। ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਵਿਸ਼ਿਆਂ ਨੂੰ ਛੱਡ ਕੇ ਪ੍ਰੀਤ ਰੂਪ ਰਸਨਾ ਦੁਆਰਾ ਪਰਮਾਤਮਾ ਦਾ ਨਾਮ ਜਪ ਕੇ ਆਤਮ ਰਸ ਨੂੰ ਪ੍ਰਾਪਤ ਕਰ। ਇਨ ਬਿਦ ਤਰ ਤੂ ਤਾਰੀ। ਇਸ ਤਰੀਕੇ ਨਾਲ ਤੂੰ ਵਿਕਾਰਾਂ ਰੂਪ ਨਦੀ ਤੋਂ
ਆਸਾ ਰੂਪ ਨਦੀ ਤੋਂ ਤਰਨਾ ਕਰ, ਜਾਂ ਭਗਤੀ ਰੂਪ ਬੇੜੀ ਉੱਪਰ ਚੜ੍ਹ ਕੇ ਵੈ ਤਰਨੀ ਨਦੀ, ਜਾਂ ਸੰਸਾਰ ਸਮੁੰਦਰ ਤੋਂ ਤਰਨਾ ਕਰ। ਬਹਿਰੀ ਕਾਰਨ ਆਕਲ ਭਈ ਹੋਛੀ, ਬਿਰਧ ਅਵਸਥਾ ਵਿੱਚ ਤੇਰੇ ਕੰਨ ਬੋਲੇ ਹੋ ਗਏ ਨੇ, ਮਤ ਵੀ ਤੁਸ਼ ਹੋ ਗਈ ਹੈ। ਸ਼ਬਦ ਸਹਿਜ ਨਹੀਂ ਬੂਝਿਆ, ਪਰ ਗੁਰਾਂ ਦੇ ਉਪਦੇਸ਼ ਦੁਆਰਾ ਜਾਂ ਸੰਸਾਰ ਵਿੱਚ ਰਹਿ ਕੇ ਤੂੰ ਗਿਆਨ ਸਰੂਪ ਨੂੰ ਨਹੀਂ ਬੁੱਝਣਾ ਕੀਤਾ। ਜਨਮ ਪਦਾਰਥ ਮਨ ਮੁਖ ਹਾਰਿਆ, ਮਨਮੁਖ ਪੁਰਖ ਨੇ ਆਪਣਾ ਮਨੁੱਖਾ ਜਨਮ ਰੂਪ ਅਮੋਲਕ ਪਦਾਰਥ ਵਿਸ਼ਿਆਂ ਦੇ ਜੂਏ ਵਿੱਚ ਹਾਰ ਦਿੱਤਾ ਹੈ। ਬਿਨ ਗੁਰੇ ਅੰਧ ਨਾ ਸੂਝਿਆ, ਗੁਰਾਂ ਤੋਂ ਬਿਨਾਂ ਅਗਿਆਨੀ ਮਨੁੱਖ ਨੂੰ ਕੁਝ ਵੀ ਪ੍ਰੇਮਾ ਭਗਤੀ ਦਾ ਪਰਮਾਰਥ ਦਾ ਰਸਤਾ ਦਿਸਦਾ ਨਹੀਂ ਹੈ। ਹੈ ਉਦਾਸ ਆਸ ਨਿਰਾਸਾ, ਜਿਹੜਾ ਪੁਰਖ ਆਸਾ ਤੋਂ ਨਿਰਾਸ਼ਾ ਹੋ ਕੇ ਸੰਸਾਰ ਵੱਲੋਂ ਪਰਾਮ ਰਹਿੰਦਾ ਹੈ। ਸਹਿਜ ਧਿਆਨ ਬੈਰਾਗੀ, ਅਤੇ ਵਿਸ਼ਿਆਂ ਤੋਂ ਪਰਿਵਾਰ ਦੇ ਮੋਹ ਤੋਂ ਵੈਰਾਗਮਨ ਹੋ ਕੇ ਗਿਆਨ ਸਰੂਪ ਵਿੱਚ ਧਿਆਨ ਜੋੜਦਾ ਹੈ। ਪ੍ਰਣਵਤ ਨਾਨਕ ਗੁਰਮੁਖ ਛੂਟਸ, ਸਤਿਗੁਰੂ ਸਾਹਿਬ ਜੀ ਪ੍ਰਣਵਤ ਬੇਨਤੀ ਪੂਰਵਕ ਕਥਨ ਕਰਦੇ ਨੇ ਕਿ ਇਸ ਪ੍ਰਕਾਰ ਜਿਸ ਦੀ ਰਾਮ ਨਾਮ ਲਿਵ ਲਾਗੀ, ਪਰਮਾਤਮਾ ਦੇ ਨਾਮ ਦੇ ਵਿੱਚ ਬਿਰਤੀ ਪ੍ਰੀਤੀ ਲੱਗ ਜਾਂਦੀ ਹੈ, ਉਹ ਗੁਰਾਂ ਦੁਆਰਾ ਜਾਂ ਗੁਰਮੁਖਾਂ ਦੀ ਸੰਗਤ ਕਰਕੇ ਸੰਸਾਰਕ ਬੰਧਨਾਂ ਤੋਂ ਛੁੱਟ ਗਿਆ ਹੈ। ਮਹਲਾ ਪਹਿਲਾ, ਪੈਰੋਂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਵੀ ਇਸ ਸ਼ਬਦ ਵਿੱਚ ਵੀ ਸਤਿਗੁਰੂ ਜੀ ਬਿਰਧ ਅਵਸਥਾ ਬਾਬਤ ਕਥਨ ਕਰਦੇ ਨੇ। ਢੀ ਚਾਲ ਚਰਨ ਕਰ ਖਿਸਰੇ, ਬਿਰਧ ਅਵਸਥਾ ਵਿੱਚ ਜਿਹੜੀ ਚਾਲ ਹੈ ਤੁਰ ਹੈ ਇਹ ਭੂੰਡ ਵਰਗੀ ਹੋ ਜਾਂਦੀ। ਭੂੰਡ ਰੌਲਾ ਜ਼ਿਆਦਾ ਪਾਉਂਦਾ, ਤੁਰਦਾ ਘੱਟ ਹੈ, ਮਤਲਬ ਕੋਝੀ ਹੋ ਜਾਂਦੀ, ਡਗਮਗੀ ਜਿਹੀ ਹੋ ਜਾਂਦੀ ਹੈ। ਤੇ ਚਰਨ ਪੈਰ ਤੇ ਹੱਥ ਖਿਸਰੇ ਖਿਸਕਣ ਹਿੱਲਣ ਲੱਗ ਜਾਂਦੇ ਨੇ। ਦੁੱਧ ਦਾ ਗਲਾਸ ਡੁੱਲ ਜਾਂਦਾ, ਪਾਣੀ ਨਹੀਂ ਪੀਤਾ ਜਾਂਦਾ, ਇੰਨਾ ਹੱਥ ਕੰਬਦੇ ਹਨ। ਉੱਚਾ ਦੇਹ ਕੁਮਲਾਨੀ, ਇੱਕ ਮਹਾਂਪੁਰਖ ਬਾਬਾ ਹਰ ਸਰੂਪ ਸਿੰਘ ਜੀ ਬਿਹਾਰ ਦੇ ਦਮਦਮੀ ਟਕਸਾਲ ਦੇ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਤੋਂ ਪੜ੍ਹੇ ਤੇ ਸਾਡੇ ਨਗਰ ਉੱਥੇ ਨਜ਼ਦੀਕੀ ਗੁਰਦੁਆਰਾ ਸਾਹਿਬ ਸੇਵਾ ਨਿਭਾ ਰਹੇ ਸਨ। ਮਹਾਂਪੁਰਖ ਉੱਥੇ ਨਗਰ ਨਿਵਾਸੀਆਂ ਦੀ ਬੇਨਤੀ ਮੰਨ ਕੇ ਉਹਨਾਂ ਨੂੰ ਉੱਥੇ ਛੱਡ ਕੇ ਗਏ। ਦਾਸ ਨੇ ਉਹਨਾਂ ਤੋਂ ਸੰਥਿਆ ਕੀਤੀ ਹੈ। ਮੈਂ ਉਹਨਾਂ ਦਾ ਚਿਹਰਾ ਵੇਖਦਾ ਰਿਹਾ ਕਿ 75-80 ਸਾਲ ਦੀ ਉਮਰ ਵਿੱਚ ਵੀ ਉਹਨਾਂ ਦਾ ਚਿਹਰਾ ਚਮਕਦਾ ਸੀ ਜਿਸ ਤਰ੍ਹਾਂ ਮੱਖਣ ਮਲਾਈ ਲਾਈ ਹੋਵੇ। ਰੰਗ ਸੀ ਕਾਲਾ ਪੱਕਾ, ਪਰ ਚਮਕਦਾ ਇੰਨਾ ਸੀਗਾ ਵੀ ਜਿਸ ਤਰ੍ਹਾਂ ਲਾਈਟ ਜਗਦੀ ਹੁੰਦੀ। ਬਜ਼ੁਰਗ ਅਵਸਥਾ ਵਿੱਚ ਵੀ, ਤੇ ਸਰੀਰ ਵੀ ਐ ਚੋਪੜਿਆ ਹੋਇਆ ਦੇਸੀ ਘਿਓ ਨਾਲ, ਕਿਉਂਕਿ ਬੁਰੇ ਪਾਸੇ ਧਿਆਨ ਹੀ ਨਹੀਂ ਜਾਣਾ। ਅੱਠੇ ਪੈਰ ਉੱਥੇ ਸੌਣਾ ਵੀ ਮਹਾਰਾਜ ਦੇ ਕੋਲ ਹੀ, ਕੋਈ ਕਮਰਾ ਨਹੀਂ ਸੀਗਾ। ਪਿੰਡਾਂ 'ਚ ਕਿਹੜਾ ਇੱਥੇ ਸਭ ਕੁਝ ਹੁੰਦਾ। ਉੱਥੇ ਮਹਾਰਾਜ ਦੇ ਨਾਲ ਹੀ ਪੇਟੀ ਪਈ, ਹੁਣ ਉੱਥੇ ਬਿਸਤਰਾ ਲੈ ਲੈਣਾ, ਉੱਥੇ ਹੀ ਜਲ ਪਾਣੀ, ਉੱਥੇ ਸੁੱਕੇ ਪ੍ਰਸ਼ਾਦੇ, ਬਿਨਾਂ ਹੀ ਸਬਜ਼ੀ ਭਾਜੀ ਤੋਂ। ਮਹਾਂਪੁਰਖਾਂ ਵਾਲਾ ਜੀਵਨ। ਤੇ ਇਸ਼ਨਾਨ ਕਰਨਾ ਨਲਕੇ ਤੇ ਆਪ ਗੇੜ ਕੇ। ਡਾਕਟਰਾਂ ਦੀ ਇਹ ਸਲਾਹ ਹੈ, ਮੈਂ ਮਹਿਸੂਸ ਕੀਤਾ ਕਿ ਗੁਰੂ ਘਰ ਦੇ ਵਿੱਚ ਰਹਿਣ ਵਾਲੇ ਖਾਸ ਕਰਕੇ ਸੰਤ ਮਹਾਤਮਾ ਸੇਵਾਦਾਰ ਉਹ ਤੌਲੀਆ ਘੱਟ ਵਰਤਦੇ ਨੇ, ਜਾਂ ਤਾਂ ਫਿਰ ਡਬਲ ਲੈ ਕੇ ਜਾਓ, ਇੱਕ ਮੂੰਹ ਵਾਲਾ ਤੇ ਇੱਕ ਤੇੜ ਵਾਲਾ। ਤੇੜ ਵਾਲਾ ਤਾਂ ਮੂੰਹ ਨੂੰ ਲਾਈਦਾ ਨਹੀਂ। ਡਾਕਟਰ ਕਹਿੰਦੇ ਨੇ ਵੀ ਜੇ ਤੁਸੀਂ ਆਪਦੀ ਚਮੜੀ ਨੂੰ ਤੌਲੀਏ ਦੇ ਨਾਲ ਪੂੰਝੋ ਨਾ, ਜਾਂ ਜਿਵੇਂ ਉੱਪਰ ਤੋਂ ਲੈ ਕੇ ਹੇਠਾਂ ਤੱਕ ਆਪਾਂ ਪੂੰਝਦੇ ਹਾਂ,
ਇਹਦੀ ਬਜਾਏ ਹੇਠਾਂ ਤੋਂ ਉੱਪਰ ਨੂੰ ਪੁੰਝੋ, ਜਿਹੜੀ ਚਮੜੀ ਉਹ ਢਿੱਲੀ ਨਹੀਂ ਪੈਂਦੀ, ਚੁਰੜੀਆਂ ਨਹੀਂ ਪੈਂਦੀਆਂ ਬੁੱਢੇ ਹੋਏ ਤੋਂ, ਚਮੜੀ ਜਿਹੜੀ ਹੈ ਸਵੱਛ ਰਹਿੰਦੀ ਹੈ। ਇਸ ਲਈ ਅਸਲ 'ਚ ਰੱਬ ਨੇ ਬੰਦਾ ਤਾਂ ਜਾਂਗ ਲਈ ਪੈਦਾ ਕੀਤਾ ਸੀਗਾ। ਆਦਮ ਤੇ ਹਵਾ ਨੂੰ ਕੋਠੀਆਂ 'ਚ ਜਨਮ ਨਹੀਂ ਦਿੱਤਾ ਜਾਂ ਕਿਸੇ ਏਸੀ ਕਮਰੇ 'ਚ ਨਹੀਂ ਜਨਮ ਦਿੱਤਾ, ਜੰਗਲ 'ਚ ਹੀ ਸੁੱਟਿਆ ਸੀਗਾ ਜਾਂ ਪਹਾੜ 'ਤੇ ਸੁੱਟਿਆ ਸੀ। ਪੁਰਾਣੇ ਬੰਦੇ ਜਾਂਗ ਲਈ, ਉਹਨਾਂ ਦਾ ਖਾਣਾ ਪੀਣਾ ਕੁਦਰਤੀ ਹੁੰਦਾ ਸੀ, ਰਹਿਣਾ ਬਹਿਣਾ ਕੁਦਰਤੀ ਮਾਹੌਲ ਵਾਲਾ ਸੀ, ਤਾਂ ਉਹ ਸਵੱਛ ਹਵਾ 'ਚ ਪਲ ਕੇ ਖਾ ਪੀ ਕੇ ਤੇ ਤੰਦਰੁਸਤ ਰਹਿੰਦੇ ਸੀ। ਅੱਜ ਅਸੀਂ ਮਾਡਰਨ ਬਣ ਗਏ ਹਾਂ, ਉਨੀਆਂ ਬਿਮਾਰੀਆਂ ਨੇ ਘੇਰ ਲਿਆ। ਤੇ ਜੇ ਦੁਬਾਰਾ ਤੋਂ ਦੂਜੇ ਪਾਸੇ ਆ ਜਾਈਏ, ਆਪਦੀ ਮਰਜ਼ੀ ਘੱਟ ਕਰੀਏ ਤਾਂ ਸਰੀਰ ਤੰਦਰੁਸਤ ਰਹੇ, ਸਵੱਛ ਰਹੇ। ਤੋ ਤੌਲੀਏ ਦੀ ਵਰਤੋਂ ਨਾ ਕਰਨ ਤੋਂ ਚਮੜੀ ਜਿਹੜੀ ਆ ਉਹ ਸਵੱਛ ਰਹਿੰਦੀ ਹੈ, ਚੁਰੜੀਆਂ ਤੋਂ ਬਚਾ ਰਹਿੰਦਾ। ਤੋ ਮਹਾਰਾਜ ਕਹਿੰਦੇ ਨੇ ਜਿੰਨਾ ਮਰਜ਼ੀ ਜ਼ੋਰ ਲਾ ਲਓ, ਚਮੜੀ ਨੇ ਤਾਂ ਢਿੱਲੀ ਪੈ ਹੀ ਜਾਣਾ। ਕਈਆਂ ਨੇ ਆਪਦਾ ਸਿਰ ਕਾਲਾ ਤਾਂ ਕੀਤਾ ਹੁੰਦਾ, ਕੇਸ ਤਾਂ ਕਾਲੇ ਕੀਤੇ ਹੁੰਦੇ, ਪਰ ਝੁਰੜੀਆਂ ਕੌਣ ਲਕਾਊਗਾ? ਢਿੱਲੀ ਚਮੜੀ ਤੋਂ ਤਾਂ ਪਤਾ ਲੱਗ ਹੀ ਜਾਊ ਵੀ ਇਹਦੀ ਇੰਨੀ ਉਮਰ ਹੈ। ਮੇਰੇ ਵਰਗੇ ਨੂੰ ਪੁੱਛੋ ਨਾ, ਬਾਬਾ ਜੀ ਕਿੰਨੀ ਉਮਰ ਹੈ? ਮੈਂ ਕਹੂੰ ਮੇਰੀ 25 ਸਾਲ ਹੈ। ਉਹ ਭਲਿਆ ਮਾਨਸ, ਤੇਰੇ ਮੂੰਹ ਤੋਂ ਤਾਂ ਪਤਾ ਲੱਗ ਰਿਹਾ ਵੀ 10 ਸਾਲ ਹੋ ਗਏ। ਜਦੋਂ ਵੀ ਪੁੱਛਣਾ 25 ਸਾਲ, ਕਈਆਂ ਨੂੰ ਮੈਂ ਵੇਖਿਆ ਕਿੰਨੀ ਉਮਰ ਹੈ ਜੀ? 25 ਸਾਲ। ਉਹ ਵੱਧਦੀ ਹੋਈ ਨਹੀਂ ਕਈਆਂ ਦੀ ਉਮਰ। ਕਾਰਨ ਕੀ ਹੈ ਕਿ ਆਪਾਂ ਮੰਨਦੇ ਨਹੀਂ, ਸੱਚਾਈ ਨੂੰ ਸੱਚਾਈ ਨਹੀਂ ਮੰਨਦੇ। ਉਹ ਕੁਰਸੀਆਂ ਲੱਭਾਂਗੇ, ਟੇਬਲ ਲੱਭਾਂਗੇ ਵੀ ਉੱਚੀ ਜਗ੍ਹਾ, ਪਰ ਆਪਦੇ ਆਪ ਨੂੰ ਜੇ ਮੰਨੀ ਹੀ ਨਹੀਂ ਵੀ ਆਪਾਂ ਬਜ਼ੁਰਗ ਬਣ ਗਏ ਆ, ਤਾਂ ਫਿਰ ਕੋਈ ਲਾਭ ਨਹੀਂ ਹੈ। ਇਸ ਲਈ ਸੱਚ ਨੂੰ ਸੱਚ ਮੰਨਣਾ ਪਊਗਾ। ਜਿੰਨੀ ਉਮਰ ਹੈ ਉਹ ਆਪਾਂ ਨੂੰ ਸਹੀ ਦੱਸਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਨੇ ਕੰਨ ਵੀ ਬੋਲੇ ਹੋ ਗਏ, ਜਿਹੜੀ ਮਾਤਾ ਉਹ ਵੀ ਮਾਰੀ ਗਈ ਕਿ ਫਲਾਣਿਆਂ ਤੋਂ 70 72 ਹੋ ਗਿਆ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਕਥਨ ਕਰਦੇ ਨੇ ਭੂੰਡੀ ਚਾਲ, ਚਾਲ ਵੀ ਭੂੰਡ ਵਰਗੀ ਹੋ ਗਈ, ਕੋਝੀ ਹੋ ਗਈ, ਡਗਮਗੀ ਹੋ ਗਈ। ਹੱਥ ਤੇ ਪੈਰ ਵੀ ਕੰਬਣ ਲੱਗ ਪਏ, ਖਿਸਕਣ ਲੱਗ ਪਏ। ਜਿਹੜੀ ਤਵਚਾ ਚਮੜੀ ਹੈ ਅਤੇ ਦੇਹ ਹੈ ਇਹ ਵੀ ਕੁਮਲਾ ਗਈ। ਜੇ ਜਰਵਾਣਾ ਪਰ ਹਰੈ ਜਰ ਵੇਸ ਕਰਿੰਦੀ ਆਈ ਹੈ। ਜੇ ਕੋਈ ਪਲਾਸਟਿਕ ਸਰਜਰੀ ਕਰਾ ਕੇ ਵੀ ਸਰੀਰ ਨੂੰ ਆਪਦੇ ਨੂੰ ਸਹੀ ਬਣਾਉਣਾ ਚਾਹੇ ਤਾਂ ਤਾਕਤ ਕਿੱਥੋਂ ਲਿਆਊਗਾ? ਬੁਢੇਪੇ ਨੂੰ ਪਰੇ ਹਟਾਉਣਾ ਚਾਹੇ, ਬੁਢੇਪੇ ਤੋਂ ਬਚਣਾ ਚਾਹੇ, ਇਹ ਯਤਨ ਫਜ਼ੂਲ ਹੈ। ਬੁਢੇਪਾ ਵੇਸ ਧਾਰ ਕੇ ਆ ਹੀ ਜਾਂਦਾ, ਕੋ ਰਹਿ ਨਾ ਭਰੀਐ ਪਾਈ। ਜੇ ਜਰਵਾਣਾ ਪਰ ਹਰੈ ਜਸ ਵੇ ਜਰ ਵੇਸ ਕਰਿੰਦੀ ਆਈ ਹੈ, ਕੋ ਰਹਿ ਨਾ ਭਰੀਐ ਪਾਈ। ਜਦੋਂ ਸਵਾਸ ਪੂਰੇ ਹੋ ਜਾਂਦੇ ਤਾਂ ਕੋਈ ਜੀਵ ਇੱਥੇ ਨਹੀਂ ਰਹਿ ਸਕਦਾ ਹੈ। ਨੇਤਰੀ ਧੁੰਦ ਕਰਨ ਭਏ ਬਹਿਰੇ, ਅੱਖਾਂ ਦੇ ਵਿੱਚ ਧੁੰਦਲਾ ਜਿਹਾ ਦਿਸਣ ਲੱਗ ਪੈਂਦਾ ਹੈ ਤੇ ਕੰਨ ਸੁਣਨ ਵੱਲੋਂ ਬੋਲੇ ਹੋ ਜਾਂਦੇ ਹਨ, ਪਰ ਮਨ ਮੁਖ ਨਾਮ ਨਾ ਜਾਣੀ। ਮਨ ਦੇ ਪਿੱਛੇ ਲੱਗਣ ਵਾਲੇ ਮਨੁੱਖ ਨੇ ਪਰਮਾਤਮਾ ਦੇ ਨਾਮ ਦੇ ਵਿੱਚ ਪ੍ਰੀਤੀ ਕਰਨੀ ਨਹੀਂ ਜਾਣੀ ਹੈ। ਇਹ ਅੰਨ੍ਹਿਆ ਮਨ ਬੁੱਧ ਨੇਤਰਾਂ ਵਿੱਚ ਵਿਚਾਰ ਰੂਪ ਨਿਗਾਹ ਤੋਂ ਹੀਣੇ ਅਗਿਆਨੀ ਜੀਵ ਕਿਆ ਪਾਇਆ ਜਗ ਆਏ। ਇਹ ਜੀਵ ਤੂੰ ਇਸ ਸੰਸਾਰ ਵਿੱਚ ਮਨੁੱਖਾ ਜਨਮ ਅੰਦਰ ਆ ਕੇ ਕੀ ਪਾਇਆ? ਭਾਵ ਕੁਝ ਵੀ ਪ੍ਰਾਪਤ ਨਹੀਂ ਕੀਤਾ। ਰਾਮ ਹਿਰਦੈ ਨਹੀਂ ਗੁਰ ਕੀ ਸੇਵਾ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਪਰਮਾਤਮਾ ਸਾਖਸ਼ਾਤ ਨਹੀਂ ਹੈ। ਚਾਲੇ ਮੂਲ ਗਵਾਏ, ਅਤੇ ਨਾ ਹੀ ਗੁਰਾਂ ਦੀ ਸੇਵਾ ਟਹਿਲ ਕੀਤੀ ਹੈ, ਜਾਂ ਜਿਨ੍ਹਾਂ ਨੇ ਹਿਰਦੇ ਅੰਦਰ ਗੁਰਾਂ ਦੀ ਸੇਵਾ ਦੁਆਰਾ ਪ੍ਰਭੂ ਸਾਖਸ਼ਾਤ ਨਹੀਂ ਕੀਤਾ, ਉਹ ਮਨੁੱਖ ਆਪਣੇ ਪੁੰਨ ਜਾਂ ਸਵਾਸਾਂ ਰੂਪੀ ਮੁੱਢ ਨੂੰ ਗਵਾ ਕੇ ਪਰਲੋਕ ਨੂੰ ਖਾਲੀ ਚੱਲੇ ਹਨ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ, ਜਿਹਵਾ ਰੰਗ ਨਹੀਂ ਹਰ ਰਾਤੀ। ਇਹ
ਅਗਿਆਨੀ ਜੀਵ ਤੂੰ ਆਪਣੀ ਰਸਨਾ ਵੀ ਹਰੀ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਨਹੀਂ ਰੰਗੀ। ਜਬ ਬੋਲੇ ਤਬ ਫੀਕੇ। ਉਹ ਬਾਬਾ ਇਹ ਕੀ ਬੋਲੀ ਹੋਈ ਬੜਾ, ਨਾਲੇ ਬਾਬਾ ਨਾਲੇ ਉਹ ਬਾਬਾ ਜੀ ਆਖੋ। ਉਹੋ ਜਿਹੇ ਗਾ ਨਿਆਣੇ ਨੇ, ਜੋ ਆਪਾਂ ਆਖਾਂਗੇ ਉਹ ਨਿਆਣੇ ਵੀ ਉਹੀ ਬੋਲੀ ਬੋਲਣਗੇ। ਇਉਂ ਰਫ ਲੈਂਗੁਏਜ ਨਹੀਂ ਚਾਹੀਦੀ, ਮਿਠਾਸ ਵਾਲੀ ਬੋਲੀ ਚਾਹੀਦੀ ਹੈ। ਸਾਡਾ ਸੁਭਾਅ ਕੀ ਹੈ ਕਿ ਸਾਰਾ ਵਾਤਾਵਰਨ ਸਾਰਾ ਇਲਾਕਾ ਫਿੱਕਾ ਜਿਹਾ ਕਰ ਦਿੰਦੇ ਆ। ਜਬ ਬੋਲੇ ਤਾਂ ਫੀਕੇ, ਬੋਲ ਕੇ ਫਿੱਕਾ ਬਚਨ, ਅਗਲੇ ਦਾ ਹਿਰਦਾ ਸਾੜ ਸੁੱਟਣਾ। ਉਹ ਰੱਬ ਦੀ ਪੂਜਾ ਕਰਨੀ ਤੇ ਪਰਮਾਤਮਾ ਦੀ ਪ੍ਰਾਪਤੀ ਦੀ ਇੱਛਾ ਰੱਖਣੀ। ਫਰੀਦ ਜੀ ਕਹਿੰਦੇ ਸਭਨਾ ਮਨ ਮਾਨਕ ਠਾਹਨ ਮੂਲ ਮਚਾਂਗਵਾ, ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਮਾਨਕ ਦੀ ਤਰ੍ਹਾਂ ਅਮੋਲਕ ਪਰਮਾਤਮਾ ਸਭਨਾਂ ਦੇ ਹਿਰਦਿਆਂ ਵਿੱਚ ਵਸ ਰਿਹਾ। ਜੇ ਤੈਨੂੰ ਖੁਦਾ ਨਾਲ ਰੱਬ ਨਾਲ ਮਿਲਣ ਦੀ ਸਿੱਖ ਹੈ ਤਾਂ ਇਹ ਗੁਰਮੁਖਾ ਫਿੱਕਾ ਬਚਨ ਬੋਲ ਕੇ ਕਿਸੇ ਦਾ ਦਿਲ ਨਾ ਢਾਹ, ਕਿਸੇ ਨੂੰ ਬੁਰਾ ਨਾ ਕਹਿ, ਪਰਮਾਤਮਾ ਤੋਂ ਡਰ। ਜੇ ਗਲਤੀ ਕਿਸੇ ਕੋਲ ਹੋ ਗਈ ਹੈ ਤਾਂ ਉਹ ਸਾਥੋਂ ਵੀ ਹੋ ਸਕਦੀ ਹੈ। ਇਸ ਲਈ ਮਹਾਰਾਜ ਤੋਂ ਡਰ ਕੇ ਫਿਰ ਬਚਨ ਬੋਲਣਾ ਚਾਹੀਦਾ। ਮਿੱਠਾ ਬੋਲਣ, ਨਿਵ ਚੱਲਣ, ਹੱਥੋਂ ਦੇਖੈ ਭਲਾ ਮਨਾਏ। ਸੋ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਜਿਹੜਾ ਫਿੱਕਾ ਬਚਨ ਹੈ ਇਹ ਕਦੀ ਵੀ ਨਾਮ ਦਾ ਰਸ ਨਹੀਂ ਆਉਣ ਦਿੰਦਾ। ਕੋਈ ਵੀ ਸੰਤ ਜਿਨ੍ਹਾਂ ਦੇ ਮੈਂ ਅੱਜ ਤੱਕ ਦਰਸ਼ਨ ਕੀਤੇ ਨੇ, ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ, ਉਹਨਾਂ ਫਿੱਕਾ ਕੀ ਬੋਲਣਾ, ਉਹ ਤਾਂ ਬੋਲਦੇ ਹੀ ਬੜੀ ਮੁਸ਼ਕਲ। 100 ਰੁਪਈਆ ਮੱਥਾ ਵੀ ਟੇਕੋ ਤਾਂ ਵੀ ਨਹੀਂ ਬੋਲਣਗੇ, ਪੈਸੇ ਲੈ ਕੇ ਵੀ ਨਹੀਂ ਬੋਲਦੇ। ਕਿਉਂ? ਵੀ ਕਿਤੇ ਅਜਾਈ ਨਾ ਬੋਲਿਆ ਜਾਏ, ਕੋਈ ਫਜ਼ੂਲ ਜਾਂ ਕੋਈ ਫਿੱਕਾ ਬਚਨ ਨਾ ਨਿਕਲ ਜਾਏ, ਜਾਂ ਬਾਣੀ ਤੋਂ ਬਗੈਰ ਭਲਾ ਕੀ ਬੋਲਣਾ, ਸਭ ਫਿੱਕਾ ਹੀ ਆ। ਸ਼ਲੋਕ ਮਹੱਲਾ ਪਹਿਲਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ, ਫਿੱਕੇ ਫਿੱਕੀ ਸੋਏ। ਫਿੱਕਾ ਦਰਗਹਿ ਸਟੀਐ, ਮੋਇ ਤੁਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਮਹਾਰਾਜ ਕਹਿੰਦੇ ਨੇ ਜਬ ਬੋਲੇ ਤਾਂ ਫੀਕੇ ਹੀ ਅਗਿਆਨੀ ਜੀਵ, ਜਿਹਵਾ ਰੰਗ ਨਹੀਂ ਹੈ ਰਾਤੀ ਤੂੰ ਆਪਣੀ ਜ਼ਬਾਨ ਰਸਨਾ ਨੂੰ ਪਰਮਾਤਮਾ ਦੇ ਪ੍ਰੇਮ 'ਚ ਨਹੀਂ ਉਹ ਰੰਗਿਆ। ਜਦ ਵੀ ਇਹ ਬੋਲਦੀ ਤਦੋਂ ਫਿੱਕੇ ਬੇਰਸੀ ਵਾਲੇ ਬੋਲ ਬੋਲਦੀ ਰਹੀ ਹੈ। ਸੰਤ ਜਨਾ ਕੀ ਨਿੰਦਾ ਵਿਆਪਸ। ਮੈਨੂੰ ਮਾਫ ਕਰਨਾ, ਆਪਦੀ ਘਰ ਵਾਲੀ ਦੀ ਤਾਂ ਆਪਾਂ ਸਿਫਤ ਕਰਦੇ ਨਹੀਂ ਥੱਕਦੇ। ਧੀਆਂ ਪੁੱਤਰਾਂ ਨੇ ਭਾਵੇਂ ਨਲੀ ਵੀ ਵਗਦੀ ਹੋਵੇ ਤਾਂ ਵੀ ਹੱਥ ਨਾਲ ਪੂੰਝਦੇ ਆ, ਆਪਦੇ ਕੱਪੜੇ ਨੂੰ ਵੀ ਲਾ ਦਿੰਦੇ ਆ। ਮੂੰਹ ਨਾ ਮੂੰਹ ਜਿੰਨੇ ਮਰਜ਼ੀ ਗੰਦੇ ਨਿਆਣੇ ਹੋਣ, ਉਹਨਾਂ ਨੂੰ ਤਾਂ ਚੁੰਮਦੇ ਚੱਟਦੇ ਨਹੀਂ ਥੱਕਦੇ। ਘਰ ਦੀਆਂ ਪਰਿਕਰਮਾ ਕਰਦੀਆਂ ਸਾਡੀਆਂ ਲੱਤਾਂ ਨਹੀਂ ਥੱਕਦੀਆਂ, ਤੇ ਨਿੰਦਿਆ ਕਰਦੀਆਂ ਗੁਰਦੁਆਰੇ ਦੀ, ਰੱਬ ਦੇ ਸੰਤਾਂ ਦੀ, ਪਿਆਰਿਆਂ ਦੀ, ਜਿਨ੍ਹਾਂ ਸਾਰੀ ਉਮਰ ਹੀ ਇੱਥੇ 1 ਮਿੰਟ ਖਲੋਣਾ ਔਖਾ ਹੈ, ਜਿਨ੍ਹਾਂ ਉਮਰ ਭਾਰੀ ਕਾਰ ਸੇਵਾ 'ਚ ਗੁਜ਼ਾਰਤੀ। ਕਿੰਨੇ ਕਿੰਨੇ ਸੋਹਣੇ ਗੁਰਦੁਆਰੇ ਬਣਾਤੇ, ਕਿੰਨੇ ਕਿੰਨੇ ਵੱਡੇ ਲੰਗਰ ਚਲਾਤੇ, ਕਿੰਨੀਆਂ ਕਿੰਨੀਆਂ ਵੱਡੀਆਂ ਗੁਰੂ ਕੀਆਂ ਇਮਾਰਤਾਂ, ਜਿਨ੍ਹਾਂ ਸਕੂਲ ਕਾਲਜ ਚੱਲਦੇ, ਹੌਸਪੀਟਲ ਚੱਲ ਰਹੇ ਨੇ, ਪਰ ਕਿਤੇ ਉੱਥੇ ਪਰਉਪਕਾਰ ਦੇ ਕਾਰਜ ਹੋ ਰਹੇ ਨੇ, ਸੰਗਤਾਂ ਦੀ ਰਿਹਾਇਸ਼ ਦਾ ਪ੍ਰਬੰਧ ਹੋ ਰਿਹਾ। ਉਹਨਾਂ ਸਾਧੂ ਸੰਤਾਂ ਦੀ ਨਿੰਦਿਆ ਕਰਦੀ ਆਪਾਂ ਥੱਕਦੇ ਨਹੀਂ। ਬੰਦਾ ਕੋਈ ਪੁੱਛਣ ਵਾਲਾ ਵੀ ਤੂੰ ਕਿੰਨਾ ਕੁ ਚੰਗਾ ਭਾਈ, ਤੂੰ ਤਾਂ ਗੁਰਦੁਆਰੇ ਦੀ ਮਾਇਆ ਆਪਦੇ ਘਰ ਲਿਜਾਈ ਜਾ ਰਿਹਾ, ਤੇ ਨਿੰਦਿਆ ਤੂੰ ਉਹਨਾਂ ਦੀ ਕਰਦਿਆਂ ਹੈ ਜਿਨ੍ਹਾਂ ਆਪਦਾ ਸਭ ਕੁਝ ਹੀ ਤਿਆਗਿਆ ਹੋਇਆ। ਤੇ ਗੁਰੂ ਘਰ ਹੀ ਆਸਣ ਲਾ ਕੇ ਸਭ ਕੁਝ ਗੁਰਦੁਆਰੇ ਦਾ ਹੀ ਕਰ ਰਹੇ ਨੇ, ਬਣਾ ਰਹੇ ਨੇ, ਸਵਾਰ ਰਹੇ ਨੇ। ਅੱਜ ਕੱਲ੍ਹ ਇਹੀ ਕੰਮ ਚੱਲਦਾ ਹੈ। ਮੋਬਾਇਲਾਂ 'ਤੇ ਕੀ ਸਭ ਕੁਝ ਮੁਫਤ ਹੋਇਆ ਪਿਆ, ਕਾਲਿੰਗ ਵੀ ਮੁਫਤ ਹੈ। ਫੋਨ ਪਹਿਲਾਂ ਕਰੀਦਾ ਸੀ ਕੰਮ ਦਾ, ਮੈਨੂੰ ਯਾਦ ਹੈ ਵੀ 7 ਰੁਪਏ ਕਾਲ ਮੈਨੂੰ ਪੈਂਦੀ ਹੁੰਦੀ ਸੀ। ਜਦ ਮੈਂ ਫੋਨ ਕਰਨਾ ਤੇ 7 ਰੁਪਏ ਵਿੱਚ ਉੱਡ ਜਾਣੇ, ਜੇ ਸੁਣਨਾ ਤੇ 3 ਰੁਪਏ ਸੁਣਨ ਦੇ ਲੱਗਣੇ। ਜੇ ਕੈਨੇਡਾ ਅਮਰੀਕਾ 1 ਮਿੰਟ ਗੱਲ ਕਰਨੀ ਤੇ 10 ਰੁਪਈਆਂ ਦਾ 1 ਮਿੰਟ ਸੀਗਾ। 10 ਮਿੰਟ ਗੱਲ ਕਰ ਲੈਣੀ ਤੇ 100 ਰੁਪਈਆ ਗਿਆ। ਬੜਾ ਸੋਚੀਦਾ ਸੀ ਵੀ ਫੋਨ ਕਰੀਏ, ਬੈਲ ਆਈ ਹੈ, ਸੁਣੀਏ ਕਿ ਨਾ ਸੁਣੀਏ। ਤੇ ਅੱਜ ਕੱਲ੍ਹ ਦੱਸੋ ਕੀ ਕੰਮ ਚੱਲ ਰਿਹਾ? ਨਿੰਦਿਆ ਵਾਲਾ ਹੀ ਚੱਲ ਰਿਹਾ, ਚੁਗਲੀਆਂ ਵਾਲਾ ਹੀ ਚੱਲ ਰਿਹਾ। ਆ ਜਿਹੜਾ ਕੁਛ ਫਰੀ ਹੋਇਆ ਪਿਆ ਫੇਸਬੁੱਕ ਤੇ,
ਦਮਦਮੀ ਟਕਸਾਲ ਇੰਨੀ ਸੱਚੀ ਸੁੱਚੀ ਕਲਗੀਧਰ ਦੇ ਕਰ ਕਮਲਾਂ ਤੋਂ ਬਰੋਸਾਈ 15 ਸਾਲ ਦੀ ਜ਼ਿੰਦਗੀ ਵਿੱਚ ਜਿੰਨਾ ਚਿਰ ਮੈਂ ਉੱਥੇ ਰਿਹਾ, ਸੱਚੀ ਗੱਲ ਹੈ, ਗੁਰਦੁਆਰੇ ਬੰਦਾ ਝੂਠ ਬੋਲੇ ਤੇ ਉਹਦੇ ਨਾਲੋਂ ਮਾੜਾ ਬੰਦਾ ਕੋਈ ਨਹੀਂ। ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠਾ ਮੈਂ ਬਚਨ ਕਰ ਰਿਹਾ ਵੀ ਮੈਂ ਆਪਦੀਆਂ ਅੱਖਾਂ ਦੇ ਨਾਲ ਜਾਂ ਕੰਨਾਂ ਦੇ ਨਾਲ ਕੋਈ ਮਾੜਾ ਕਰਮ ਨਾ ਸੁਣਿਆ ਨਾ ਵੇਖਿਆ। ਔਰ ਆਪ ਦੇ ਸਾਹਮਣੇ ਇਹ ਜਿਹੜੇ ਅੱਖਰ ਨੇ, ਅਸੀਂ ਤਾਂ ਕਾਲਜੀਏਟ ਮੁੰਡੇ, ਸਾਨੂੰ ਤਾਂ ਊੜਾ ਨਹੀਂ ਸੀ ਆਉਂਦਾ ਵੀ ਕਥਾ ਕਹਿੰਦੇ ਕਿਹਨੂੰ ਨੇ, ਲਾਗੋ ਦੀ ਲੰਘ ਜਾਈਦਾ। ਵੇਖਿਆ ਵੀ ਸੰਤ ਬੋਲ ਰਹੇ ਨੇ, ਮੱਥਾ ਜ਼ਰੂਰ ਟੇਕੀਦਾ, 2 ਮਿੰਟ ਖੜ ਵੀ ਜਾਈਦਾ, ਪਰ ਪਤਾ ਨਹੀਂ ਸੀ ਹੁੰਦਾ ਇਹ ਸਾਨੂੰ ਵੀ ਕਰਨੀ ਪਊਗੀ। ਬਸ ਇਹੀ ਚੀਜ਼ ਉੱਥੇ ਪੜ੍ਹਾਈ ਜਾਂਦੀ ਹੈ। ਐਸੇ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਖਾਲਸਾ ਆਪ ਦੇ ਨਗਰ ਦੇ ਹੀ ਨੇ, ਧੁੰਮੇ ਨਗਰ ਦੇ, ਜਾਂ ਇਸ ਪਿੰਡ 'ਚ ਉਹਨਾਂ ਦਾ ਕਿਤੇ ਘਰ ਦਿਖਾ ਦਿਓ, ਕਰੋੜ ਰੁਪਈਆ ਹੁਣੇ ਇਨਾਮ ਦੇਊਂਗਾ। ਧੁੰਮੇ ਪਿੰਡ ਚਲੇ ਜਾਓ, ਨਵੀਂ ਇੱਟ ਲੱਗੀ ਦਿਖਾ ਦਿਓ। 60 ਸਾਲ ਤੱਕ ਜਾਂ 60 ਸਾਲ ਪਹਿਲਾਂ ਦੀ ਕੋਈ ਵੀ ਇੱਟ ਨਵੀਂ ਲੱਗੀ ਦਿਖਾ ਦਿਓ, ਕੋਈ ਛੱਤ ਬਦਲੀ ਹੋਵੇ ਜਾਂ ਕੋਈ ਕਲੀ ਰੰਗ ਰੋਗਣ ਵੀ ਕੀਤਾ ਹੋਵੇ। ਪਿਓ ਉਹਨਾਂ ਦਾ ਸਾਈਕਲ ਤੇ ਪੰਜੋਖਰਾ ਸਾਹਿਬ ਸਾਨੂੰ ਮਿਲਣ ਆਉਂਦਾ ਹੁੰਦਾ। ਪੰਜੋਖਰੇ ਬਾਬਾ ਜੀ ਦੇ ਨਾਨਕੇ ਨੇ। ਮੈਂ ਅਮਰੀਕਾ 'ਚ ਗਿਆ, ਕਨੇਡਾ ਗਿਆ, ਅਸੀਂ ਲੋਕ ਜੋ ਕੋਈ ਸਾਧ ਸੰਗਤ ਦਿੰਦੀ ਆਪਦੀ ਬੋਝੀ 'ਚ ਪਾਉਂਦੇ, ਆਪਦੇ ਘਰ ਭੇਜਦੇ। ਸਾਡੇ ਬੈਂਕ ਅਕਾਊਂਟ ਨੇ ਪਰਸਨਲ, ਪਰ ਮਹਾਂਪੁਰਖ ਬਾਬੇ ਹਰਨਾਮ ਸਿੰਘ ਦਾ, ਕਿਉਂਕਿ ਮੈਂ ਅੱਖਾਂ ਨਾਲ ਵੇਖ ਆਇਆ। 2 ਗੁਰਦੁਆਰੇ ਉਹਨਾਂ ਦੇ ਸਰੀ ਦੇ ਵਿੱਚ ਨੇ, ਇੱਕ ਅਮਰੀਕਾ ਦੇ ਬਾਰਡਰ ਤੇ ਬਿਲਕੁਲ, ਜਿਹਨੂੰ ਐਬਸਪੋਰਟ ਇਲਾਕਾ ਕਹਿੰਦੇ ਨੇ, ਇੱਕ ਸਰੀ ਸ਼ਹਿਰ ਦੇ ਵਿੱਚ ਦਸ਼ਮੇਸ਼ ਦਰਬਾਰ ਦੇ ਨਾਲ। ਮਤਲਬ ਸੰਗਤਾਂ ਗੱਫੇ ਤਾਂ ਬਥੇਰੇ ਦਿੰਦੀਆਂ, ਸਕੇ ਪਿਓ ਨੂੰ ਨਹੀਂ ਭੇਜੇ, ਮਾਂ ਨੂੰ ਨਹੀਂ ਭੇਜੇ, ਆਪਦੇ ਘਰ ਇੱਕ ਆਨਾ ਨਹੀਂ ਭੇਜਿਆ। ਜਿੱਥੇ ਲੋਕਾਂ ਨੇ ਦਿੱਤੇ ਉਹਨਾਂ ਨੂੰ ਪ੍ਰਧਾਨ ਬਣਾਤਾ ਵੀ ਤੁਸੀਂ ਪ੍ਰਧਾਨ ਬਣੋ, ਤੁਸੀਂ ਸੈਕਟਰੀ ਬਣੋ, ਨਹੀਂ ਤਾਂ ਲੜਾਈ ਹੋਊਗੀ। ਆ ਫੜੋ ਪੈਸੇ ਤੇ ਗੁਰਦੁਆਰਾ ਬਣਾਓ। ਚਰਚ ਨੂੰ ਖਰੀਦ ਕੇ ਗੁਰਦੁਆਰਾ ਬਣਾਇਆ। ਐਬਸਫੋਰਡ ਤੇ ਸਰੀ 2 ਗੁਰਦੁਆਰੇ ਕੈਨੇਡਾ ਦੇ ਵਿੱਚ, ਜਿੱਥੇ ਮੈਂ ਗਿਆ ਤੇ ਕਥਾ ਵੀ ਕੀਤੀ ਹੈ, ਔਰ ਸੇਵਾ ਵੀ ਨਿਭਾਈ। ਅਖੰਡ ਪਾਠ ਸਾਹਿਬ, ਹੋਰ ਇੱਕ ਗੁਰਦੁਆਰਾ ਫ੍ਰਿਜ਼ਨੋ ਅਮਰੀਕਾ ਦੇ ਵਿੱਚ, ਉੱਥੇ ਵੀ ਮਾਇਆ ਤੇਲਾ ਇਕੱਠਾ ਹੋਇਆ, ਉੱਥੋਂ ਦੇ ਪ੍ਰਧਾਨ ਬਣਾਤੇ ਵੀ ਆਪਦੇ ਪੈਸੇ ਚੁੱਕੋ। ਮੈਂ ਕਿੱਥੇ ਲੈ ਜਾਣੇ ਨੇ? ਉਹ ਅੱਜ ਤੱਕ ਗੁਰਦੁਆਰੇ ਚੱਲ ਰਹੇ ਨੇ, 3 ਗੁਰਦੁਆਰੇ ਬਿਲਕੁਲ ਸਹੀ ਸਲਾਮਤ ਸਾਧ ਸੰਗਤ ਦੇ ਨਾਂ ਹੀ ਹੈ। ਸਿਆਟਲ ਮੈਂ ਗਿਆ, ਗੁਰਦੁਆਰਾ ਸਿੰਘ ਸਭਾ ਰੈਂਟਨ ਸ਼ਹਿਰ ਦੇ ਵਿੱਚ ਸਿਆਟਲ ਹੈ। ਬਾਬਾ ਜੀ ਦੀ ਆਪ ਦੀ ਕੋਠੀ ਹੈ, ਬਾਬੇ ਹਰਨਾਮ ਸਿੰਘ ਦੀ। ਸੰਗਤ ਨੇ ਮਾਇਆ ਦਿੱਤੀ, ਕਿਉਂਕਿ ਗੁਰਦੁਆਰੇ ਨਹੀਂ ਸਨ ਰਹਿੰਦੇ, ਆਪਦਾ ਘਰ-ਬਾਰ ਕੋਈ ਨਹੀਂ, ਕੋਠੀ ਲੈ ਤਾਂ ਲਈ। ਉਹ ਇੱਕ ਸਿੰਘ ਮੈਨੂੰ ਮਿਲਿਆ, ਹਰ ਐਤਵਾਰ ਉਹਨੇ ਭਾਂਡੇ ਮਾਂਜਣੇ। ਉਹਨੇ ਮੈਨੂੰ ਦੱਸਿਆ ਵੀ ਬਾਬਾ ਜੀ ਮੈਨੂੰ ਫੜਾ ਗਏ ਸਾਰੇ ਕਾਗਜ਼ ਪੱਤਰ, ਵੀ ਆ ਲੈ ਤੂੰ ਸਾਂਭ। ਉਹਦੇ ਨਾਂ ਹੀ ਕਰਾਤੀ। ਆਪਦੇ ਕੋਲ ਕੁਛ ਨਹੀਂ ਹੈ, ਜੇ ਸਾਡੇ ਕੋਲ ਨੇ ਤੇ ਉਹ ਸਾਰਾ ਕੁਝ ਸਾਡਾ ਹੀ ਹੈ। ਤੇ ਇਸ ਵਾਸਤੇ ਇਹੋ ਜਿਹੇ ਰੱਬ ਦੇ ਪਿਆਰ ਵਾਲੇ ਆ। ਹੰਸਾਲੀ ਵਾਲੇ ਬਾਬਾ ਜੀ ਤੁਸੀਂ ਦਰਸ਼ਨ ਕਰਦੇ ਰਹੇ ਹੋ, ਕੋਈ ਮੰਦਿਰ ਵਾਲਾ ਵੀ ਜਾਂਦਾ ਉਹਨੂੰ ਵੀ ਕਹਿਣਾ ਵੀ ਚੁੱਕ ਲੱਖ ਰੁਪਈਆ, ਕਿਸੇ ਮਸਜਿਦ ਵਾਲੇ ਜਾਣਾ ਉਹਨੂੰ ਕਹਿਣਾ ਚੁੱਕ ਪੈਸੇ। ਕੋਈ ਵੀ ਜਾਣਾ, ਧੀ ਪੁੱਤ ਦਾ ਵਿਆਹ। ਆ ਹੁਣੇ ਉਦਾਸੀ ਕੁਟੀਆ ਵਾਲੇ ਸੰਤ ਬਾਬਾ ਬਰਜਿੰਦਰ ਸਿੰਘ ਜੀ, ਉਹਨਾਂ ਦੇ ਸਤਿਕਾਰਯੋਗ ਫਾਦਰ ਸਰਦਾਰ ਗੁਰਨਾਮ ਸਿੰਘ ਨਾਲ ਬੜਾ ਪਿਆਰ ਹੈ ਮੇਰਾ। ਮੈਂ ਕਿਹਾ ਬਾਬਾ ਜੀ ਚੜ੍ਹਤ ਚੜਾਵਾ ਤਾਂ ਇੱਥੇ ਹੈ ਕੋਈ ਨਹੀਂ, ਤੇ ਆ ਖੀਰ ਪੂੜੇ ਮੇਲਾ ਗੇਲਾ ਕਿਵੇਂ ਚੱਲ ਰਿਹਾ? ਕਹਿੰਦੇ ਮੰਗ ਕੇ ਲਿਆਈ ਦਾ। ਮੈਂ ਕਿਹਾ ਕਿਹਦੇ ਕੋਲ ਮੰਗੀ ਦਾ? ਕਹਿੰਦੇ ਹੰਸਾਲੀ ਵਾਲੇ ਬਾਬਾ ਜੀ ਚੰਗਾ ਮੋਟਾ ਕਫਾ ਦਿੰਦੇ, ਹੁਣ ਵੀ ਬਾਬੇ ਪਰਮਜੀਤ ਸਿੰਘ ਕੋਲ ਮੰਗ ਕੇ ਲਿਆਂਦਾ। ਮੇਰਾ ਕੰਮ ਹੀ ਕਹਿੰਦੇ ਆ। ਇਸ ਵਾਸਤੇ ਸਾਧ ਸੰਗਤ ਲਈ ਮੰਗਣਾ ਕਿਸੇ ਹਰਜ ਵਾਲੀ ਗੱਲ ਨਹੀਂ ਹੈ। ਆਪਦੇ ਧੀ ਪੁੱਤ ਲਈ, ਆਪਦੇ ਘਰ-ਬਾਰ ਲਈ ਮੰਗਣਾ ਜ਼ਹਿਰ ਹੈ, ਪਰ ਸੰਗਤ ਵਾਸਤੇ ਤਾਂ ਇੱਕ ਪੁੰਨ ਹੈ, ਇੱਕ ਸੇਵਾ ਦਾ ਕੰਮ ਹੈ। ਪਾਤਸ਼ਾਹ ਦਾ ਬਚਨ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਨ ਭਾਈ ਹੈ। ਦੁਨੀਆ ਦੇ ਵਿੱਚ ਸੇਵਾ ਕਮਾਵਾਂਗੇ ਤਾਂ ਦਰਗਾਹ 'ਚ ਬੈਠਣਾ ਮਿਲੂਗਾ। ਬਿਨ ਸੇਵਾ ਫਲ ਕਬਹੁ ਨਾ ਪਾਵਸ, ਸੇਵਾ ਕਰਨੀ ਸਾਰੀ, ਸੇਵਾ ਹੀ ਕਰਨੀ ਸਰਬ ਸ੍ਰੇਸ਼ਟ ਹੈ। ਬਿਨਾਂ ਸੇਵਾ ਤੋਂ ਜਿੱਥੇ ਮਰਜ਼ੀ ਚਲੇ ਜਾਓ ਕੋਈ ਫਲ ਨਹੀਂ ਮਿਲਦਾ।
ਪਰ ਜਿਹੜੇ ਮੂਰਖ ਲੋਕ ਨੇ ਉਹਨਾਂ ਨੂੰ ਕੌਣ ਕੋਈ ਸਮਝਾਏ। ਪਾਤਸ਼ਾਹ ਜੀ ਕਹਿੰਦੇ ਸੰਤ ਜਨਾਂ ਕੀ ਨਿੰਦਾ ਵਿਆਪਸ, ਸੰਤਾਂ ਮਹਾਤਮਾ ਦੀ ਨਿੰਦਿਆ ਕਰਦੇ ਥੱਕਦੇ ਨਹੀਂ ਹਨ। ਪਸ਼ੂ ਭਏ ਕਦੇ ਹੋਏ ਨਾ ਨੀਕੇ, ਸੋ ਮਨੁੱਖ ਬਣ ਕੇ ਵੀ ਕੰਮ ਪਸ਼ੂਆਂ ਵਾਲੇ ਭਰੇ ਪਏ ਨੇ। ਪਸ਼ੂਆਂ ਦੇ ਸਿਰ ਤੇ ਬਸ ਸਿੰਗ ਹੁੰਦੇ ਨੇ, ਇਹਨਾਂ ਦੇ ਸਿਰ ਤੇ ਸਿੰਗ ਨਹੀਂ। ਉਹ ਸਿੰਘ ਮਾਰ ਕੇ ਢਿੱਡ ਪਾੜਦਾ, ਇੱਕ ਤਰਕਾਂ ਰੂਪੀ ਸਿੰਘ ਮਾਰਦੇ। ਜਿਵੇਂ ਉਹ ਘਾਤਕ ਚਾਰਾ ਚਰਦੇ, ਵਿਸ਼ਿਆਂ ਦਾ ਚਾਰਾ ਚਰ ਰਿਹਾ। ਇਹ ਤੇਰੇ ਕਦੇ ਵੀ ਚੰਗੇ ਨਹੀਂ ਹੋ ਸਕਦੇ। ਅੰਮ੍ਰਿਤ ਕਾ ਰਸ ਵਿਰਲੀ ਪਾਇਆ, ਜਿਨ੍ਹਾਂ ਨੇ ਪੁਰਾਣੇ ਪੁੰਨ ਕਰਮਾਂ ਦੇ ਪ੍ਰੇਰੇ ਹੋਏ ਪਰਮਾਤਮਾ ਨੇ ਆਪ ਦੀ ਕਿਰਪਾ ਦ੍ਰਿਸ਼ਟੀ ਕਰਕੇ ਸਤਿਗੁਰਾਂ ਦੇ ਮੇਲ ਦੇ ਵਿੱਚ ਜਿਨ੍ਹਾਂ ਨੂੰ ਮਿਲਾ ਦਿੱਤਾ ਹੈ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪਣੀ ਸੰਗਤ ਸ਼ਬਦ ਦੇ ਮੇਲ 'ਚ ਮਿਲਾਇਆ ਹੈ, ਉਹਨਾਂ ਨੇ ਵਿਰਲਿਆਂ ਨੇ ਗੁਰਾਂ ਦੁਆਰਾ ਅੰਮ੍ਰਿਤ ਨਾਮ ਦਾ ਸਵਾਦ ਪਾਇਆ ਹੈ। ਸਤਿਗੁਰ ਮੇਲ ਮਿਲਾਏ, ਅੰਮ੍ਰਿਤ ਦਾ ਰਸ ਸਤਿਗੁਰਾਂ ਦੇ ਮੇਲ ਵਿੱਚ ਮਿਲਣ ਕਰਕੇ ਪਾਇਆ ਹੈ। ਜਬ ਲਗ ਸ਼ਬਦ ਭੇਦ ਨਹੀਂ ਆਇਆ, ਜਦ ਤੱਕ ਮਨੁੱਖ ਨੂੰ ਗੁਰਾਂ ਦੇ ਉਪਦੇਸ਼ ਦਾ ਭੇਦ ਨਹੀਂ ਆਇਆ, ਜਾਂ ਗੁਰਾਂ ਦੇ ਸ਼ਬਦ 'ਚ ਮਨ ਵਿੰਨਣਾ ਨਹੀਂ ਕੀਤਾ, ਜਾਂ ਜਦ ਤੱਕ ਗੁਰਾਂ ਦੁਆਰਾ ਬ੍ਰਹਮ ਦਾ ਭੇਦ ਨਹੀਂ ਆਇਆ, ਤਬ ਲਗ ਕਾਲ ਸੰਤਾਏ, ਤਦੋਂ ਤੱਕ ਜੀਵ ਨੂੰ ਕਾਲ ਦੁੱਖ ਦਿੰਦਾ, ਭਲੀ ਪ੍ਰਕਾਰ ਤਪਾਉਂਦਾ ਰਹਿੰਦਾ ਹੈ। ਅਨਕੋ ਦਰ ਘਰ ਕਬਹੂ ਨਾ ਜਾਣਸ, ਜਿਹੜੇ ਮਨੁੱਖ ਹੋਰ ਦੇਵੀ ਦੇਵਤਿਆਂ ਦੇ ਘਰਾਂ ਦੇ ਦਰਵਾਜ਼ਿਆਂ ਨੂੰ ਕਦੇ ਵੀ ਨਹੀਂ ਜਾਣਦਾ, ਜੋ ਦਵੈਤ ਵਿੱਚ ਲੱਗਣ ਕਰਕੇ ਪ੍ਰਭੂ ਦੇ ਗਿਆਨ ਰੂਪ ਧਰਤੇ ਸਰੂਪ ਨੂੰ ਘਰ ਨੂੰ ਕਦੇ ਵੀ ਨਹੀਂ ਜਾਣਦਾ। ਏਕੋ ਦਰ ਸਚਿਆਰਾ, ਅਤੇ ਇੱਕ ਸੱਚ ਦੀ ਪ੍ਰਾਪਤੀ ਵਾਲੇ ਸਾਧ ਸੰਗਤ ਰੂਪ ਦੁਆਰੇ ਨੂੰ ਨਿਸ਼ਚੈ ਕਰਦਾ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੋ ਮਹਾਰਾਜ ਜੀ ਕਥਨ ਕਰਦੇ ਨੇ ਕਿ ਉਹਨਾਂ ਨੇ ਗੁਰਾਂ ਦੀ ਕਿਰਪਾ ਦੁਆਰਾ ਵੱਡੀ ਕੇਵਲ ਮੁਕਤੀ ਨੂੰ ਪਾਇਆ ਹੈ। ਨਾਨਕ ਕਹੈ ਵਿਚਾਰਾ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਨੇ ਕਿ ਅਸੀਂ ਇਹ ਆਪ ਨੂੰ ਬ੍ਰਹਮ ਦੀ ਵਿਚਾਰ ਕਥਨ ਕੀਤੀ ਹੈ, ਗੁਰਮਤਿ ਦੀ ਵਿਚਾਰ ਸਰਵਣ ਕਰਾਈ ਹੈ। ਭੁੱਲਾਂ ਚੁੱਕਾ ਖਿਮਾ ਕਰਨੀ ਹੈ ਜੀ, ਅੱਗੇ ਤੋਂ ਸਮਤ ਬਖਸ਼ਣੀ। ਅਨਕੋ ਦਰ ਘਰ ਕਬਹੂ ਨਾ ਜਾਣਸ, ਏਕੋ ਦਰ ਸਚਿਆਰਾ, ਗੁਰ ਪ੍ਰਸਾਦ ਪਰਮ ਪਦ ਪਾਇਆ। ਨਾਨਕ ਕਹਿ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸਭ ਦੂਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ